DC ਕਾਲੋਨੀ ਦੀ ਸਿਆਸਤ ਨੂੰ ਇੰਨਾ ਕੁ ਗੰਦਾ ਕਰ ਛੱਡਿਆ ਇਹਨਾਂ ਨੇ ਕਿ ਜਿਸ ਬੰਦੇ ਨੂੰ ਆਖੀਦਾ ਸੀ ਨਾ ਕਿ ਤੂੰ ਇਹ ਇਲੈਕਸ਼ਨ ਲੜ, ਉਹ ਆਂਦਾ ਸੀ ਮੈਨੂੰ ਆਪਣੀ ਇੱਜ਼ਤ ਅਜ਼ੀਜ਼ ਹੈ, ਮੈਂ ਅਗਰ ਨੇਕ ਨੀਤੀ ਨਾਲ ਈਮਾਨਦਾਰੀ ਨਾਲ ਵੀ ਇਸ ਇਲੈਕਸ਼ਨ 'ਚ ਹਿੱਸਾ ਲਿਆ ਤੇ ਲੋਕਾਂ ਆਖਣਾ ਕਿ ਹੁਣੇ ਲੁੱਟਣ ਵਾਸਤੇ ਆ ਗਿਆ। ਇਸ ਹੱਦ ਤੱਕ ਬਦਨਾਮ ਕਰਤਾ DC ਕਾਲੋਨੀ ਇਲੈਕਸ਼ਨ। ਹੁਣ ਤੱਕ ਬਿਲਾ ਮੁਬਾਲਗਾ ਕੋਈ ਜਿਹੜੀ ਮੋਟੀ ਕਰਪਸ਼ਨ ਹੈ ਕੋਈ 10 ਅਰਬ ਦੇ ਕਰੀਬ ਕਰ ਚੁੱਕੇ ਨੇ, ਔਰ ਐਸੇ ਇਲਾਕੇ DC ਕਾਲੋਨੀ ਸ਼ਾਮਲ ਕਰਤੇ ਨੇ ਜਿਹੜੇ ਹੋ ਸਕਦਾ 100 ਸਾਲ ਤੱਕ ਵੀ ਇਹਦਾ ਹਿੱਸਾ ਨਾ ਬਣ ਸਕਣ। ਫਾਈਲਾਂ ਉਹਨਾਂ ਲੋਕਾਂ ਨੂੰ ਦੇ ਛੱਡੀਆਂ ਨੇ, ਮਾਸੂਮ ਲੋਕਾਂ ਨੂੰ, ਜਿਹੜੇ ਜਿਸ ਵੇਲੇ ਆਪਣੇ ਬੱਚਿਆਂ ਨੂੰ ਫਾਈਲਾਂ ਦੇਣਗੇ ਉਹ ਕਬਜ਼ੇ ਲੱਭਣਗੇ ਤੇ ਆਪਣੀ ਜਗ੍ਹਾ ਲੱਭਣਗੇ ਤੇ ਉਹ ਮਾਯੂਸ ਹੋਣਗੇ ਤੇ ਉਹ ਰੋਣਗੇ ਵਿਚਾਰੇ, ਉਹਨਾਂ ਨਾਲ ਜ਼ਿਆਦਤੀ ਹੋਈ। ਅਸੀਂ ਇਸ ਦਫਾ ਕਮ ਅਜ਼ ਕਮ ਆਪਣੇ ਵੋਟ ਦੇ ਨਾਲ ਕਿਸੇ ਨੂੰ ਤਾਕਤ ਨਹੀਂ ਦਿਆਂਗੇ ਕਿ ਉਹਦੇ ਕੋਲ ਲੁੱਟਣ ਖੋਹਣ ਦਾ ਲਾਇਸੈਂਸ ਆ ਜਾਏ। ਦੋਵੇਂ ਬੁਰੇ ਨੇ ਤੇ ਕਿਸੇ ਘੱਟ ਬੁਰੇ ਦਾ ਇੰਤਖਾਬ ਕਰਕੇ ਜ਼ਹਿਰ ਤੇ ਫਿਰ ਸਾਨੂੰ ਫੱਕਣਾ ਪੈਣਾ। ਤੇ ਮੈਂ ਤੇ ਸੁਸਾਇਟੀ ਨੂੰ ਜ਼ਹਿਰ ਫੱਕਣ ਤੋਂ ਬਚਾਇਆ। ਆਖਰੀ ਦਿਨਾਂ 'ਚ ਜਿਹੜਾ ਰਾਣਾ ਮੁਹੰਮਦ ਸੈਨ ਵਾਲਾ ਤੇ ਦੂਸਰਾ ਮਾਮਲਾ ਹੋਇਆ 6-7 ਅਰਬ ਰੁਪਏ ਵਾਲਾ, ਇਹ ਤੇ ਹੁਣ ਰੀਸੈਂਟਲੀ ਕਰੰਟਲੀ ਹੋਇਆ, ਇਹ ਹਾਲੇ ਪੈਂਡਿੰਗ ਹੈ। ਇਹਦੇ ਤੇ ਵੀ ਸਾਰੇ ਸਟੇ ਵਗੈਰਾ ਹੋ ਚੁੱਕੇ ਨੇ। ਇਹਨਾਂ ਨੇ ਬਾਪ ਦਾ ਮਾਲ ਸਮਝਿਆ ਤੇ ਚੁੱਕ ਕੇ ਪਲਾਟ ਜਾਂ ਫਾਈਲਾਂ ਦੇ ਆਉਂਦੇ ਨੇ ਜਾਂ ਕਰੋੜਾਂ ਰੁਪਏ ਸੁਸਾਇਟੀ ਦੇ ਫੰਡ 'ਚੋਂ ਦਿੰਦੇ ਨੇ ਪਏ। ਪਹਿਲੀ ਰਜੀਮ ਦੇ ਸਾਰੇ ਔਰ ਦੂਸਰੀ ਰਜੀਮ ਦੇ ਸਾਰੇ ਉਹ ਲੋਕ ਜਿਨ੍ਹਾਂ ਨੇ ਮਿਲ ਕੇ ਕਰਪਸ਼ਨ ਕੀਤੀ ਹੈ, ਇਹ ਮੁਕੰਮਲ ਤੌਰ ਤੇ ਇੱਕ ਦੂਜੇ ਦਾ ਸਹੂਲਤ ਕਰ ਰਹੇ ਨੇ। ਹੁਣ ਤੇ ਧੋਖਾ ਦਿੰਦੇ ਨੇ ਪਏ, ਫਰਾਡ ਕਰਦੇ ਨੇ ਪਏ ਇੱਕ ਦੂਸਰੇ ਨਾਲ ਮਿਲ ਕੇ। ਉਹਨਾਂ ਦੀ ਇਹੀ ਖਾਸ ਹੈ ਦੋਨਾਂ ਗਰੁੱਪਾਂ ਦੀ ਕਿ ਭਾਵੇਂ ਇੱਕ ਯੂਨਿਟੀ ਆ ਜਾਏ ਤੇ ਭਾਵੇਂ ਫਾਊਂਡਰ ਆ ਜਾਏ, ਔਰ ਉਹਨਾਂ ਦੀ ਤੈਅ ਹੋ ਚੁੱਕੀ ਹੈ ਕਿ ਜਿਹੜਾ ਵੀ ਆਏਗਾ ਉਹ ਦੂਸਰੇ ਦੀ ਸਾਬਕਾ ਕਰਪਸ਼ਨ ਨੂੰ ਡਿਫੈਂਡ ਕਰੇਗਾ। ਮੁਰੱਵਤ ਤੇ ਮਸਲੀਅਤ ਇਹ ਤੋਂ ਪਾਕ ਹੋ ਕੇ ਫਿਰ ਵੋਟ ਦੇਣਾ ਪਏਗਾ, ਕਿਉਂਕਿ ਕਿਧਰੇ ਮੁਰੱਵਤ ਆ ਜਾਂਦੀ ਹੈ, ਕਿਧਰੇ ਮਸਲੀਅਤ ਆ ਜਾਂਦੀ ਹੈ। ਕਿ ਤੁਸੀਂ ਵੋਟ ਪਾਉਣ ਜਾਣਾ, ਉਸ ਦਿਨ ਤੁਸੀਂ ਇੱਕ ਅਮਾਨਤ ਵਾਪਸ ਕਰਨ ਜਾਣਾ, ਅਮਾਨਤ ਉਹਨੂੰ ਲੁਟਾਇਆ ਜਿਹਦਾ ਹੱਕ ਬਣਦਾ, ਤੇ ਉਸ ਵੇਲੇ ਅੱਲਾ ਦੀ ਜ਼ਾਤ ਹੋਣੀ ਹੈ ਤੇ ਤੁਹਾਡੇ ਹੱਥ 'ਚ ਸਟੈਂਪ ਹੋਣੀ ਤੇ ਇੱਥੇ ਘੰਟੀ ਵੀ ਵੱਜਦੀ ਹੋਣੀ ਹੈ। ਅਸੀਂ ਤੁਹਾਨੂੰ ਬਿਹਤਰ ਨਹੀਂ ਬਿਹਤਰੀਨ ਗਰੁੱਪ ਦੇ ਦਿੱਤਾ। ਅਗਰ ਤੁਸੀਂ ਹੁਣ ਵੀ ਉਹਦਾ ਇੰਤਖਾਬ ਨਹੀਂ ਕਰੋਗੇ, ਸਾਡਾ ਕਸੂਰ ਨਹੀਂ, ਕਸੂਰ ਤੁਹਾਡਾ ਇੰਤਖਾਬ ਕਰਨ ਵਾਲਾ। ਇਹ ਮਜਮਿਆਂ ਦਾ ਅਗਰ ਮੇਰੇ ਨਾਲ ਮੁਕਾਬਲਾ ਕਰਨਾ ਤਾਂ ਫਿਰ ਕਿਸੇ ਸਟੇਡੀਅਮ 'ਚ ਰੱਖਣ। ਮੈਂ ਤਾਂ ਸਟੇਡੀਅਮ ਭਰਨ ਵਾਲਾ ਬੰਦਾ ਕਿ ਅਸੀਂ ਇਸ ਸੁਸਾਇਟੀ 'ਚ ਜਿਸ ਮਕਸਦ ਵਾਸਤੇ ਆਏ ਸਾਂ, ਮਕਸਦ ਫੌਤ ਹੋ ਗਿਆ। ਇੱਥੇ ਉਹੀ ਡੇਰਾ ਕਲਚਰ ਚੱਲ ਗਿਆ, ਇੱਥੇ ਉਹੀ ਕਲਾਸ਼ਨਕੋਫ ਕਲਚਰ ਚੱਲ ਗਿਆ, ਇੱਥੇ ਉਹੀ ਗਨਮੈਨ ਲੈ ਕੇ ਫਿਰਦੇ ਨੇ ਪਏ। ਅਸੀਂ ਤਾਂ ਆਪਣੀਆਂ ਔਲਾਦਾਂ ਦਾ ਮੁਸਤਕਬਲ ਬਿਹਤਰ ਬਣਾਉਣ ਵਾਸਤੇ, ਮਹਿਫੂਜ਼ ਬਣਾਉਣ ਵਾਸਤੇ ਇਸ ਸੁਸਾਇਟੀ ਦਾ ਇੰਤਖਾਬ ਕੀਤਾ ਸੀ। ਔਰ ਇਸ ਸਿਆਸਤ ਦੀ ਬੁਨਿਆਦ ਪਾਸਬਾਨ ਗਰੁੱਪ ਨੇ ਇਹ ਸ਼ਰਤ ਰੱਖੀ ਹੈ ਕਿ ਜਾਂ ਕਰਪਸ਼ਨ ਰਹੇਗੀ ਜਾਂ ਅਸੀਂ ਰਵਾਂਗੇ। ਇੱਥੇ ਅਗਰ ਰਹਿਣਾ ਤੇ ਫਿਰ ਸਾਨੂੰ ਇਸ ਸੁਸਾਇਟੀ ਨੂੰ ਕਰਪਸ਼ਨ ਤੋਂ ਪਾਕ ਕਰਨਾ ਪਏਗਾ। प्यारे वेखन वालेओ, साडे शहर गुजरांवाला दे विच DC कॉलोनी दे इंतहाबात दी गहमा गहमी अरूज ते पहुंच चुकी है। साहिबो, ऐतकी DC कॉलोनी दे इंतहाबात दे वास्ते 4 मुख्तलिफ ग्रुप्स जिहड़े ने वो मैदाने अमल दे विच, मैदाने इंतहाब दे विच उतरे ने। 2 ग्रुप ते पुराने ही ने। फाउंडर्स ग्रुप जिहड़ा है ਉਹਦੇ ਸਦਾਰਤੀ ਉਮੀਦਵਾਰ ਅਮਜਦ ਸਲੀਮ ਭੱਟ ਸਾਹਿਬ ਨੇ, ਜਿਹੜੇ ਕਿ ਅੱਗੇ ਵੀ ਇੱਕ ਵਾਰੀ DC ਕਲੋਨੀ ਦੇ ਸਦਰ ਰਹਿ ਚੁੱਕੇ ਨੇ। ਦੂਸਰਾ ਗਰੁੱਪ ਖਾਲਦ ਸੁਲਤਾਨ ਗਰੁੱਪ ਪਖਵਾਂਦਾ ਹੈ, ਯੂਨਿਟੀ ਗਰੁੱਪ ਵੀ ਉਹਦਾ ਨਾਂ ਹੈ। ਉਹਦੇ ਕੈਂਡੀਡੇਟ ਇਸ ਵੇਲੇ ਸਦਰ ਦੇ ਵਾਸਤੇ ਇਮਤਿਆਜ਼ ਸਾਈ ਸਾਹਿਬ ਨੇ। ਇਹ ਗਰੁੱਪ ਅੱਗੇ ਖਾਲਦ ਸੁਲਤਾਨ ਦੀ ਜ਼ੇਰੇ ਸਦਾਰਤ 2 ਦਫਾ DC ਕਲੋਨੀ ਦਾ बरसर इकतदार ग्रुप रह चुके है। ऐतकी खालद सुल्तान साहब आप इलैक्शन नहीं लड़ रहे तो उन्हां वल्लों उन्हां दे ग्रुप की सदारती उम्मीदवार की नशिस्त दे उत्ते इम्तियाज साई साहब इंतखाब लड़नगे। इस तो अड 2 नवे ग्रुप भी मैदान इंतखाब दे विच उतरे ने। एक अदल ग्रुप है जिहदे सदारती उम्मीदवार जुल्फकार बाजवा साहब ने, वो रिटायर्ड एजुकेशनिस्ट ने। ते चौथा ते आखिरी ग्रुप जिहदा नाम के पासबान ग्रुप है, सदारत लई ओदे उम्मीदवार ब्रिगेडियर रिटायर्ड आशिक हुसैन तूर ने, जिहड़े कि साहिबजादा ने यानी गद्दी नशीन ने।
ਇੱਕ ਰੂਹਾਨੀ ਸ਼ਖਸੀਅਤ ਵੀ ਨੇ ਤੇ ਪਾਕਿਸਤਾਨ ਆਰਮੀ ਦੇ ਆਫੀਸਰ ਵੀ ਰਹੇ ਨੇ, ਹਾਈ ਰੈਂਕ ਤੇ 1 ਸਟਾਰ ਜਰਨੈਲ ਵੀ ਰਹੇ ਨੇ, ਬ੍ਰਿਗੇਡੀਅਰ ਤੋਂ ਰਿਟਾਇਰ ਹੋਏ ਨੇ, ਬ੍ਰਿਗੇਡੀਅਰ ਦੇ ਅਹੁਦੇ ਤੋਂ। ਸਾਹਿਬੋ, ਇਹ 2 ਨਵੇਂ ਗਰੁੱਪ ਤੇ ਤਸ਼ਕੀਲ ਦਿੱਤੇ ਗਏ ਡੀਸੀ ਕਲੋਨੀ ਦੇ ਰਿਹਾਇਸ਼ੀਆਂ ਦੇ ਵੱਲੋਂ ਹੀ, ਲੇਕਿਨ ਇਸ ਵੇਲੇ ਜ਼ਿਆਦਾ ਉਗੜਵਾਂ ਤੇ ਨੁਮਾਇਆਂ ਗਰੁੱਪ ਜਿਹੜਾ ਹੈ ਪੁਰਾਣੇ ਦੋਵਾਂ ਗਰੁੱਪਾਂ ਦੇ ਮੱਦੇ ਮੁਕਾਬਲ ਉਹ ਪਾਸਬਾਨ ਗਰੁੱਪ ਜਿਹੜਾ ਉਹ ਮਿਥਿਆ ਜਾ ਰਿਹਾ ਹੈ। ਇਹ ਨਵਾਂ ਗਰੁੱਪ ਕਿਉਂ ਬਣਾਇਆ ਗਿਆ? ਡੀਸੀ ਕਲੋਨੀ ਦੇ ਰਿਹਾਇਸ਼ੀਆਂ ਨੇ ਤੇ ਮੌਜ਼ਜ਼ੀਨ ਨੇ ਤੇ ਅਮਾਇਦੀਨ ਨੇ ਕਿਉਂ ਜ਼ਰੂਰਤ ਮਹਿਸੂਸ ਕੀਤੀ ਕਿ ਇੱਕ ਨਵਾਂ ਗਰੁੱਪ ਤਸ਼ਕੀਲ ਦਿੱਤਾ ਜਾਏ? ਇਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਵਾਸਤੇ ਅਸੀਂ ਪਾਸਬਾਨ ਗਰੁੱਪ ਦੇ ਰੂਹੇ ਰਵਾਂ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਮਾਰੂਫ ਸਨਅਤਕਾਰ ਤੇ ਪੀਟੀਆਈ ਦੇ ਸਾਬਕ ਜ਼ਿਲ੍ਹੀ ਸਦਰ ਰਾਣਾ ਨਈਮੁਰ ਰਹਿਮਾਨ ਹੋਰਾਂ ਦੇ ਕੋਲ ਆਏ ਆ। ਤੁਹਾਨੂੰ ਰਾਣਾ ਨਈਮੁਰ ਰਹਿਮਾਨ ਸਾਹਿਬ ਦੇ ਨਾਲ ਮਿਲਵਾਨੇ ਆ, ਉਹਨਾਂ ਤੋਂ ਪੁੱਛਨੇ ਆ ਕਿ ਕਿਉਂ ਤੁਸੀਂ ਪਾਸਬਾਨ ਗਰੁੱਪ ਤਸ਼ਕੀਲ ਦਿੱਤਾ। ਆਇਆ ਕਿ ਜਿਹੜੇ ਪੁਰਾਣੇ ਦੋਵੇਂ ਗਰੁੱਪ ਨੇ, ਫਾਊਂਡਰਸ ਗਰੁੱਪ ਤੇ ਯੂਨਿਟੀ ਗਰੁੱਪ, ਉਹ ਅਹਲੇ ਡੀਸੀ ਕਲੋਨੀ ਦੀ ਸਹੀ ਖਿਦਮਤ ਨਹੀਂ ਸਨ ਕਰ ਰਹੇ, ਤੇ ਜੇ ਤੁਸੀਂ ਇੱਕ ਨਵਾਂ ਗਰੁੱਪ ਤਸ਼ਕੀਲ ਦਿੱਤਾ ਹੈ ਤੇ ਉਹਦੇ ਅਸਬਾਬ ਕੀ ਸਨ ਤੇ ਹੁਣ ਤੁਹਾਡਾ ਮਨਸ਼ੂਰ ਕੀ ਹੈ ਤੇ ਕਿਸ ਤਰ੍ਹਾਂ ਤੁਸੀਂ ਅਹਾਲੀਆਂ ਨੇ ਡੀਸੀ ਕਲੋਨੀ ਦੀ ਖਿਦਮਤ ਕਰੋਗੇ, ਉਹਨਾਂ ਵਾਸਤੇ ਕੀ ਕੀ ਯਤਨ ਕਰੋਗੇ ਕਿ ਉਹ ਉਹਨਾਂ ਨੂੰ ਆਸਾਨੀਆਂ ਤੇ ਆਸੂਦਗੀਆਂ ਮਿਲ ਸਕਣ। ਆਓ ਤੁਹਾਨੂੰ ਮਿਲਵਾਨੇ ਆ ਰਾਣਾ ਨਈਮੁਰ ਰਹਿਮਾਨ ਸਾਹਿਬ ਦੇ ਨਾਲ ਤੇ ਬਾਕੀ ਸਾਰੀਆਂ ਗੱਲਾਂ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਨੇ ਆ। अस्सलाम वालेकुम जी राणा साहब। वालेकुम अस्सलाम। अच्छा हजूर, ਇਹ ਦੱਸੋ ਕਿ ਇਹ ਤੁਹਾਨੂੰ ਕਿਉਂ ਨਵਾਂ ਗਰੁੱਪ ਬਣਾਉਣਾ ਪਿਆ? ਪਹਿਲੇ ਤੇ ਤੁਸੀਂ ਪਹਿਲੇ ਜਿਹੜੇ 2 ਗਰੁੱਪ ਸਨ ਪੁਰਾਣੇ ਜਿਹੜੇ ਨੇ, ਇੱਕ ਯੂਨਿਟੀ ਗਰੁੱਪ ਹੈ, ਇੱਕ ਦੂਸਰਾ ਗਰੁੱਪ ਹੈ, ਉਹਦੇ ਨਾਲ ਹੀ ਤੁਸੀਂ ਅਟੈਚ ਹੋ, ਫਾਊਂਡਰਸ ਦੇ ਨਾਲ, ਯੂਨਿਟੀ ਦੇ ਨਾਲ। ਇਹ ਤੁਸੀਂ ਹੁਣ ਕਿਉਂ ਨਵਾਂ ਇਨੀਸ਼ੀਏਟਿਵ ਲਿਆ? ਕੀ ਬਣਿਆ? बिस्मिल्लाहिर रहमानिर रहीम। डॉक्टर साहब बहुत शुक्रिया। ये एक बहुत बड़ा मसला सी डीसी कॉलोनी का। वो उम्मीद करने कि तुहाडी वसातत नाल लोगों तक हकायक पहुँचणगे। इस सोसाइटी च मैनू रहायश कीतियां हुण 5वां साल शुरू है, तो मैं जदों दा इत्थे आया मैं देख रहा सा कि असी इस सोसाइटी दे विच रहायश रखण दा प्रोग्राम इस करके बनाया कि एक साफ सुथरी, ये लोकेशन के एतबार नाल बहुत अच्छी सोसाइटी है, तो असी क्यों ना अपनी आने वाली नस्ल जिहड़ी है उहदे वास्ते इहदा इंतखाब करिए, क्योंकि जीटी रोड के उपर भी है और बेहतरीन इहदा सारा इंतज़ाम है। लेकिन जिसले मैं रहायश पजीर होया तो फिर मैंने पता चलिया कि इस सोसाइटी दे विच सोसाइटी की वैलफेयर करने वास्ते लोग इंतखाब नहीं लड़ते, अपनी वैलफेयर वास्ते लड़ते हैं। चुनाचे 2 ही ग्रुप इस तो पहले डीसी कॉलोनी के इलैक्शन च मुतहरक होंदे सन, इलैक्शन लड़ते सन और जित हार होंदी सी उन्हां दी। उन्हां चों एक जिहड़ा हुण यूनिटी ग्रुप बनिया, ये खालद सुल्तान साहब दे नाल मुंसलिक कुछ दोस्त होंदे सन। एक पहले अमजद सलीम भट्ट साहब का ग्रुप सी। अमजद सलीम भट्ट साहब इस तो पहले हुण मौजूदा टन्योर तो पहले सदर रहे ने। उस तो बाद जिहड़ा पिछला टन्योर सी उहदे वास्ते खालद सुल्तान साहब ते उन्हां दे नाल बाकी मैंबर सन, अहुदेदारान सन। खालद सुल्तान साहब प्रेजिडेंट दा इलैक्शन जित गए तो अमजद सलीम भट्ट साहब हार गए, लेकिन अमजद सलीम भट्ट साहब दे MC मैंबर्स ज़्यादा कामयाब हुए, 7 के करीब, और खालद सुल्तान साहब दे 4 के करीब। खालद सुल्तान साहब कोलों बहुत सारे साढ़े चैंबर के दोस्तों ने जिहड़े मेरे को नाल तशरीफ लियाए, इस गल का हलफ लिया कि हुण तुसीं जांदियां होया तुहाडी हुण एज भी काफ़ी हो गई, तुसीं ऐसा कोई काम कर जाओगे डीसी कॉलोनी वास्ते कि असी भी तो साड़ियां नस्लां भी तुहानूं याद करन। उन्होंने इस चीज़ से हलफ दिता कि बिल्कुल करप्शन नहीं होएगी, करप्शन के नासूर नूं ख़त्म करांगे मिल के, तो कॉलोनी वास्ते बेहतर इंतजाम करांगे, अच्छे इकदाम करांगे। लेकिन इन्नी मायूसी हुई कि साबका सारे अदवार लोग भुल गए थे, मौजूदा दौर याद रह गया। इन्होंने करप्शन पहले करोड़ों च हुई तो इन्होंने अरबां च की। अमजद सलीम भट्ट साहब के वक्त सुनिया सी कि जो उन्होंने हैंड ओवर किया गया सी तो फिर 84 करोड़ के करीब या 86 करोड़ के करीब इन्हों के कोल कैश की शक्ल च पे सन, और इन्नी 80-82 प्लाट भी सन। ये जदों अमजद सलीम भट्ट साहब छड्ड के गए तो 40-42 प्लाट उन्होंने ज़ाती सवाब की उत्ते सोसाइटी नाल ज्यादती करदे आए, लोगों मुख्तलिफ लोगों अलाट करते। उस तो बाद होर भी बहुत सारिया बेजाबतियाँ करदे आए
ਜਿਹੜਾ ਕਿ ਇਸ ਵੇਲੇ 1 ਅਰਬ ਤੇ 31 ਕਰੋੜ ਦੀ ਲਾਇਬਿਲਿਟੀ ਅਮਜਦ ਸਲੀਮ ਭੱਟ ਸਾਹਿਬ ਦੇ ਖਿਲਾਫ ਬਿਲਕੁਲ ਸਟੈਂਡ ਕਰਦੀ ਹੈ ਔਰ ਸ੍ਰਿਸ਼ਟੀਆਂ ਤੇ ਚੱਲਦੇ ਨੇ ਪਏ। ਉਸ ਤੋਂ ਅਗਲਾ ਦੌਰ ਸ਼ੁਰੂ ਹੋ ਗਿਆ ਤੇ ਫਿਰ ਜਨਰਲ ਸੈਕਟਰੀ ਅਮਜਦ ਸਲੀਮ ਭੱਟ ਸਾਹਿਬ ਦੇ ਪੈਨਲ ਦੇ ਸਨ ਤੇ ਖਾਲਦ ਸੁਲਤਾਨ ਸਾਹਿਬ ਦੂਸਰੇ ਪੈਨਲ ਤੋਂ ਕਾਮਯਾਬ ਹੋਏ। ਇਹਨਾਂ ਨੇ 2-3 ਮਹੀਨੇ ਬਾਅਦ ਹੀ ਸਾਰੇ ਮਨਸ਼ੂਰ ਭੁੱਲ ਕੇ ਤੇ ਕਰਪਸ਼ਨ ਦੇ ਮਨਸ਼ੂਰ ਨੂੰ ਅਪਣਾ ਲਿਆ ਔਰ ਇੱਥੇ ਇਹ ਮੁਤਫਿਕ ਹੋ ਗਿਆ ਕਿ ਸਾਡਾ ਮਨਸ਼ੂਰ ਸਿਰਫ ਕਰਪਸ਼ਨ ਹੈ। ਔਰ ਇਹਨਾਂ ਨੇ ਹੁਣ ਤੱਕ ਬਿਲਾ ਮੁਬਾਲਗਾ ਕੋਈ ਜਿਹੜੀ ਮੋਟੀ ਕਰਪਸ਼ਨ ਹੈ ਕੋਈ 10 ਅਰਬ ਦੇ ਕਰੀਬ ਕਰ ਚੁੱਕੇ ਨੇ ਔਰ ਐਸੇ ਇਲਾਕੇ ਡੀਸੀ ਕਲੋਨੀ ਸ਼ਾਮਲ ਕਰਤੇ ਨੇ ਜਿਹੜੇ ਹੋ ਸਕਦਾ 100 ਸਾਲ ਤੱਕ ਵੀ ਇਹਦਾ ਹਿੱਸਾ ਨਾ ਬਣ ਸਕਣ, ਜਿਹਨੂੰ ਐਕਸਟੈਂਸ਼ਨ 3 ਦਾ ਨਾਂ ਦਿੱਤਾ ਗਿਆ, ਜਿਹਦੇ 'ਚ ਇੱਕ ਬੜਾ ਮਸ਼ਹੂਰ ਪਿੰਡ ਹੋਇਆ ਲਸ਼ਕਰੀਪੁਰ, ਜਦੋਂ 100 ਏਕੜ ਲੈ ਕੇ ਜਾਂ ਇਹਦੇ ਕਰੀਬ ਉਹਨਾਂ ਨੇ ਫਾਈਲਾਂ ਉਹਨਾਂ ਲੋਕਾਂ ਨੂੰ ਦੇ ਛੱਡੀਆਂ ਨੇ, ਮਾਸੂਮ ਲੋਕਾਂ ਨੂੰ, ਜਿਹੜੇ ਜਿਸ ਵੇਲੇ ਆਪਣੇ ਬੱਚਿਆਂ ਨੂੰ ਫਾਈਲਾਂ ਦੇਣਗੇ ਉਹ ਕਬਜ਼ੇ ਲੱਭਣਗੇ ਤੇ ਆਪਣੀ ਜਗ੍ਹਾ ਲੱਭਣਗੇ ਤੇ ਉਹ ਮਾਯੂਸ ਹੋਣਗੇ ਤੇ ਉਹ ਰੋਣਗੇ ਵਿਚਾਰੇ, ਉਹਨਾਂ ਨਾਲ ਇਹ ਜ਼ਿਆਦਤੀ ਹੋਈ। ਮੇਰੇ ਤੇ ਪ੍ਰੈਸ਼ਰ ਆਇਆ ਕਿ ਤੁਸੀਂ ਇਸ ਦਫਾ ਕਲੋਨੀ ਦਾ ਇਲੈਕਸ਼ਨ ਡੀਸੀ ਕਲੋਨੀ ਦਾ ਇਲੈਕਸ਼ਨ ਕੰਟੈਸਟ ਕਰੋ। ਮੈਂ ਆਪਣੀ ਜ਼ਾਤੀ ਕਿਸੇ ਮਜਬੂਰੀ ਦੇ ਬਿਨਾਂ ਤੇ ਮਾਜ਼ਰਤ ਦਾ ਇਜ਼ਹਾਰ ਕੀਤਾ। ਇਹਦੇ 'ਚ ਖਾਜਾ ਸਾਲੇ ਸਾਹਿਬ ਸਾਡੇ ਨਾਲ ਸਨ, ਜ਼ਿਆਉੱਲਾ ਇਰਫਾਨੀ ਸਾਹਿਬ ਸਨ, ਅਮੀਰ ਅਦਰ ਕਿਰਮਾਨੀ ਸਾਹਿਬ ਸਨ, ਇਲਿਆਸ ਗੁਰਾਇਆ ਸਾਹਿਬ ਸਨ, ਆਪਣਾ ਉਸ ਤੋਂ ਬਾਅਦ ਸ਼ਾਹਿਦ ਭੱਟ ਸਾਹਿਬ ਸਨ, ਮਲਕ ਕਾਸਮ ਸਾਹਿਬ ਸਨ, ਬਹੁਤ ਸਾਰੇ ਦੀਗਰ ਸਾਥੀ ਸਨ ਜਿਨ੍ਹਾਂ ਨੇ ਮੈਨੂੰ ਕਾਫੀ ਮਜਬੂਰ ਕੀਤਾ, ਲੇਕਿਨ ਮੈਂ ਮਾਜ਼ਰਤ ਦਾ ਇਜ਼ਹਾਰ ਕੀਤਾ ਔਰ ਮੈਂ ਵਾਅਦਾ ਕੀਤਾ ਕਿ ਮੈਂ ਇਨਸ਼ਾਅੱਲਾ ਤੁਹਾਨੂੰ ਇੱਕ ਅੱਛਾ ਬੰਦਾ ਢੂੰਡ ਕੇ ਦਿਆਂਗਾ। ਔਰ ਮੈਂ ਇਹ ਗੱਲ ਬੜੀ ਅਫਸੋਸ ਨਾਲ ਕਹਾਂਗਾ ਡਾਕਟਰ ਸਾਹਿਬ ਕਿ ਡੀਸੀ ਕਾਲੋਨੀ ਦੀ ਸਿਆਸਤ ਨੂੰ ਇੰਨਾ ਕੁ ਗੰਦਾ ਕਰ ਛੱਡਿਆ ਇਹਨਾਂ ਨੇ ਕਿ ਜਿਸ ਬੰਦੇ ਨੂੰ ਆਖੀਦਾ ਸੀ ਨਾ ਕਿ ਤੂੰ ਇਹ ਇਲੈਕਸ਼ਨ ਲੜ, ਉਹ ਆਂਦਾ ਸੀ ਮੈਨੂੰ ਆਪਣੀ ਇੱਜ਼ਤ ਅਜ਼ੀਜ਼ ਹੈ, ਮੈਂ ਅਗਰ ਨੇਕ ਨੀਤੀ ਨਾਲ ਇਮਾਨਦਾਰੀ ਨਾਲ ਵੀ ਇਸ ਇਲੈਕਸ਼ਨ 'ਚ ਹਿੱਸਾ ਲਿਆ ਤੇ ਲੋਕਾਂ ਆਖਣਾ ਕਿ ਹੁਣੇ ਲੁੱਟਣ ਵਾਸਤੇ ਆ ਗਿਆ। ਇਸ ਹੱਦ ਤੱਕ ਬਦਨਾਮ ਕਰਤਾ ਡੀਸੀ ਕਾਲੋਨੀ ਦੇ ਇਲੈਕਸ਼ਨ ਨੂੰ ਕਿ ਜਿਹੜਾ ਬੰਦਾ ਵੀ ਇੱਥੇ ਆਉਂਦਾ ਉਹਦਾ ਮਤਮਾ ਨਜ਼ਰ ਸਿਰਫ ਲੁੱਟ ਖਸੁੱਟ ਹੁੰਦੀ ਹੈ। ਮੈਂ ਇਹ ਅਲਮ ਬੁਲੰਦ ਕੀਤਾ ਕਿ ਅਸੀਂ ਇਸ ਦਫਾ ਕਮ ਅਜ਼ ਕਮ ਆਪਣੇ ਵੋਟ ਦੇ ਨਾਲ ਕਿਸੇ ਨੂੰ ਤਾਕਤ ਨਹੀਂ ਦਿਆਂਗੇ ਕਿ ਉਹਦੇ ਕੋਲ ਲੁੱਟਣ ਖੋਹਣ ਦਾ ਲਾਇਸੈਂਸ ਆ ਜਾਏ। ਵਾਹ! ਮੈਂ ਇਸ ਕੰਮ ਵਾਸਤੇ ਪੂਰੀ ਤਗੋਦੋ ਸ਼ੁਰੂ ਕੀਤੀ, 2-3-4 ਦੋਸਤਾਂ ਨੂੰ ਐਗਰੀ ਕੀਤਾ, ਲੇਕਿਨ ਉਹ ਵੀ ਸਲਿੱਪ ਹੋ ਗਏ। ਫਿਰ ਮੇਰੇ 'ਤੇ ਪ੍ਰੈਸ਼ਰ ਆਇਆ ਕਿ ਨਹੀਂ ਤੁਸੀਂ ਹੀ ਇਲੈਕਸ਼ਨ ਲੜਨਾ, ਤੁਸੀਂ ਫੇਸ ਕਰ ਸਕਦੇ ਹੋ, ਸਾਰਾ ਕੋਈ ਤੁਹਾਡਾ ਐਕਸਪੀਰੀਅੰਸ ਹੈ। ਮੈਂ ਫਿਰ ਸਾਡੇ ਪਿਛਲੇ ਸਾਲ ਇੱਥੇ ਜੇਲਮ ਬਲਾਕ 'ਚ ਬ੍ਰਿਗੇਡੀਅਰ ਰਿਟਾਇਰਡ ਆਸ਼ਿਕ ਹੁਸੈਨ ਤੂਰ ਸਾਹਿਬ, ਉਹਨਾਂ ਨੂੰ ਵੀ ਇਹ ਬੜਾ ਜੋਸ਼ ਜਜ਼ਬਾ ਆਇਆ 1.5 ਸਾਲ ਪਹਿਲੇ ਕਿ ਅਸਾਂ ਇੱਥੇ ਅਗਰ ਰਹਿਣਾ ਤੇ ਫਿਰ ਸਾਨੂੰ ਇਸ ਸੁਸਾਇਟੀ ਨੂੰ ਕਰਪਸ਼ਨ ਤੋਂ ਪਾਕ ਕਰਨਾ ਪਏਗਾ। ਉਹਨਾਂ ਨੇ ਇਖਲਾਸ ਗਰੁੱਪ ਦੇ ਨਾਂ ਤੋਂ ਇੱਕ ਗਰੁੱਪ ਤਸ਼ਕੀਲ ਦਿੱਤਾ ਸੀ, ਉਹਦੇ ਕੋਲ 40-42 ਮੈਂਬਰ ਸਨ। ਉਹ ਵੀ ਇਸ ਦੌਰਾਨ ਸਾਡੇ ਇਸ ਜਿਹੜੀ ਸਾਡੀ ਕੋਸ਼ਿਸ਼ ਸੀ ਉਹਦਾ ਹਿੱਸਾ ਬਣੇ ਕਿ ਮਿਲ ਜੁਲ ਕੇ ਕਰਪਸ਼ਨ ਖਤਮ ਕਰੀਏ। ਲੇਕਿਨ ਉਹ ਇਲੈਕਸ਼ਨ ਲੜਨ ਤੋਂ ਬਹੁਤ ਜ਼ਿਆਦਾ ਖਾਇਫ ਸਨ ਕਿ ਮੈਂ ਨਹੀਂ ਇਲੈਕਸ਼ਨ ਲੜਨਾ। ਮੈਂ ਉਹਨਾਂ ਦੇ ਕੋਲ ਗਿਆ, ਉਹਨਾਂ ਨੇ ਇੱਕ ਦਫਾ ਮਾਜ਼ਰਤ ਕੀਤੀ, ਫਿਰ ਮੈਂ ਗਿਆ ਤੇ ਮੈਂ ਉਹਨਾਂ ਨੂੰ ਫਿਰ ਕਿਹਾ ਕਿ ਤੁਸੀਂ ਬ੍ਰਿਗੇਡੀਅਰ ਸਾਹਿਬ ਜਿਸ ਅਦਾਰੇ ਤੋਂ ਰਿਟਾਇਰਡ ਹੋਏ ਹੋ ਉਹਦਾ ਤੇ ਇਹ ਮਤਮਾ ਨਜ਼ਰ ਨਹੀਂ ਹੁੰਦਾ, ਉਹ ਤੇ ਈਮਾਨ ਦੀ ਪਹਿਲੀ ਨਿਸ਼ਾਨੀ ਜਿਹਾਦ ਕਰਦੇ ਨੇ। ਮੋਮਨ ਦੀ ਜਿਹੜੀ ਈਮਾਨ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ ਕਿ ਹੱਥ ਨਾ ਰੋਕੇ, ਤੇ ਤੁਸੀਂ ਤੇ ਰਿਟਾਇਰਡ ਬ੍ਰਿਗੇਡੀਅਰ ਹੋ, ਤੁਸੀਂ ਹੱਥ ਨਾ ਰੋਕੋ। ਮੈਂ ਤਾਂ ਨਹੀਂ ਸਮਝਦਾ ਕਿ ਤੁਸੀਂ ਉਸ ਈਮਾਨ ਦੇ ਦਰਜੇ ਚਾਹੋਗੇ, ਤੁਸੀਂ ਸਿਰਫ ਦਿਲੋਂ ਹੀ ਬੁਰਾ ਜਾਣੋ, ਦੂਸਰਾ ਦਰਜਾ ਜ਼ੁਬਾਨ ਨਾਲ ਬੁਰਾ ਕਹਿਣਾ। ਮੈਂ ਖੈਰ ਉਹਨਾਂ ਨੂੰ ਇਸ ਕਹਿ ਲਓ ਕਿ ਇਹ ਜਹਾਦ ਦਾ ਪੈਗਾਮ ਦਿੱਤਾ ਤੇ ਉਹਨਾਂ ਨੇ ਆਮੀਨ ਕਰਦਿਆਂ ਕਬੂਲ ਕਰਦਿਆਂ ਉਹਨਾਂ ਨੇ ਕਿਹਾ ਕਿ ਮੇਰਾ ਕੋਈ ਪੋਲੀਟੀਕਲ ਐਕਸਪੀਰੀਅੰਸ ਨਹੀਂ, ਮੈਂ ਮੈਂਟਲੀ ਤਿਆਰ ਨਹੀਂ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬ੍ਰਿਗੇਡੀਅਰ ਸਾਹਿਬ ਤੁਸੀਂ ਸਿਰਫ ਮੈਂਟਲੀ ਤਿਆਰ ਹੋਣਾ, ਬਾਕੀ ਅੱਲਾ ਮਦਦ ਕਰੇਗਾ, ਅਸੀਂ ਤੁਹਾਡੀ ਮਦਦ ਕਰਾਂਗੇ। ਮੈਂ ਪਾਸਬਾਨ ਗਰੁੱਪ ਦੇ ਨਾਂ ਤੋਂ ਇੱਕ ਗਰੁੱਪ ਤਸ਼ਕੀਲ ਦੇ ਕੇ ਬ੍ਰਿਗੇਡੀਅਰ ਰਿਟਾਇਰਡ ਆਸ਼ਿਕ ਹੁਸੈਨ ਤੂਰ ਸਾਹਿਬ ਨੂੰ ਰਿਕੁਐਸਟ ਕਰਕੇ ਸਦਰ ਦੇ ਉੱਤੇ ਨਾਮਜ਼ਦ ਕੀਤਾ। ਤੇ ਇਸ ਤਰ੍ਹਾਂ ਹੀ ਮਤਲੂਬ ਅਹਿਮਦ ਗੋਂਦਲ ਜਿਹੜੇ ਮੇਰੇ ਪਿੰਡ ਦੇ ਹੀ ਨੇ, ਉਹ ਪਹਿਲੇ ਵੀ MC ਮੈਂਬਰ ਰਹਿ ਚੁੱਕੇ ਨੇ। ਉਹ ਆਪਣੇ MC ਮੈਂਬਰ ਦੇ ਟੈਨਿਓਰ 'ਚ ਅਗਰ ਕੋਈ ਬੰਦਾ ਸਾਬਤ ਕਰੇ ਕਿ ਉਸ ਬੰਦੇ ਨੇ ਕਰਪਸ਼ਨ ਦੇ ਖਿਲਾਫ ਪੂਰੀ ਜੰਗ ਨਹੀਂ ਲੜੀ ਜਾਂ ਉਹ ਕਰਪਸ਼ਨ ਦਾ ਹਿੱਸਾ ਬਣਿਆ ਤੇ ਫਿਰ ਅਸੀਂ ਹੱਕ ਬਜਾਨਬ ਨਹੀਂ ਕਿ ਉਹਨੂੰ ਖੜਾ ਕਰੀਏ। ਇਸ ਤਰ੍ਹਾਂ ਹੀ ਮੈਂ ਬਾਕੀ ਵੀ ਮੈਂਬਰ ਦਿੱਤੇ। ਮੈਂ ਡਾਕਟਰ ਸਾਹਿਬ ਤੁਹਾਨੂੰ ਦੱਸਦਾ ਚੱਲਾਂ ਕਿ ਮੈਂ ਇਹ ਗੱਲ ਬਿਲਕੁਲ ਹਲਫਨ ਕਰਨਾ ਕਿ ਡੀਸੀ ਕਾਲੋਨੀ ਦੇ ਬਾਸੀ ਮੀਟਿੰਗਸ ਵਿੱਚ, ਕਾਰਨਰ ਮੀਟਿੰਗ 'ਚ, ਵੈਸੇ ਸ਼ਾਦੀਆਂ ਵਿਆਹਾਂ ਤੇ ਗਮੀ ਖੁਸ਼ੀ ਦੇ ਉੱਤੇ ਅਕਸਰ ਇਹ ਗੱਲ ਕਰਦੇ ਸਨ ਜਦੋਂ ਗੱਲ ਹੁੰਦੀ ਸੀ ਕਿ ਡੀਸੀ ਕਾਲੋਨੀ ਦਾ ਇਲੈਕਸ਼ਨ ਆ ਗਿਆ ਤਾਂ ਕੀ ਕਰਨਾ। ਮੈਂ ਬਿਲਕੁਲ ਗਵਾਹੀ ਦਿਆਂਗਾ ਜਿੱਥੇ ਜਾ ਕੇ ਆਖੋਗੇ ਕਿ ਇਹ ਗੱਲ ਸੁਣਨ ਚਾਹੁੰਦੇ ਸੀ ਕਿ ਰਾਣਾ ਸਾਹਿਬ ਦੋਵੇਂ ਬੁਰੇ ਨੇ ਤੇ ਕਿਸੇ ਘੱਟ ਬੁਰੇ ਦਾ ਇੰਤਖਾਬ ਕਰਕੇ ਜ਼ਹਿਰ ਤੇ ਫਿਰ ਸਾਨੂੰ ਫੱਕਣਾ ਪੈਣਾ। ਤੇ ਮੈਂ ਤੇ ਸੁਸਾਇਟੀ ਨੂੰ ਜ਼ਹਿਰ ਫੱਕਣ ਤੋਂ ਬਚਾਇਆ।
ਤੇ ਜੇ ਹੁਣ ਵੀ ਸੁਸਾਇਟੀ ਬੁਰੇ ਤੇ ਚੰਗੇ 'ਚ ਪਹਿਚਾਣ ਨਾ ਕਰਕੇ ਵੋਟ ਦਾ ਸਹੀ ਇਸਤੇਮਾਲ ਨਹੀਂ ਕਰੇਗੀ ਤੇ ਫਿਰ ਇਹ ਗਲਤ ਵੋਟ ਦਾ ਇਸਤੇਮਾਲ ਕਰਨ ਵਾਲਾ ਗਿਰੇਬਾਨ ਹੋਏਗਾ ਤੇ ਜਿਨ੍ਹਾਂ ਨਾਲ ਜ਼ਿਆਦਤੀ ਹੋਏਗਾ ਉਹਨਾਂ ਦਾ ਹੱਥ ਹੋਏਗਾ। ਮੈਂ ਸੁਰਖਰੂ ਆਇਆ ਡਾਕਟਰ ਸਾਹਿਬ, ਇਨਸ਼ਾਅੱਲਾ ਮਿਹਨਤ ਕਰਾਂਗੇ, ਅੱਲਾਹ ਕੋਲੋਂ ਮਦਦ ਵੀ ਮੰਗਾਂਗੇ ਔਰ ਇਸ ਸੁਸਾਇਟੀ ਦੀ ਬਿਹਤਰੀ ਵਾਸਤੇ ਹਰ ਮੁਮਕਿਨ ਕੋਸ਼ਿਸ਼ ਵੀ ਕਰਾਂਗੇ। ਰਾਣਾ ਸਾਹਿਬ, ਗੁਜ਼ਾਰਿਸ਼ ਇਹ ਹੋਵੇ ਕਿ ਅੱਲਾਹ ਪਾਕ ਹਮੇਸ਼ਾ ਹੱਕ ਦਾ ਤੇ ਸੱਚ ਦਾ ਸਾਥ ਦਿੰਦਾ ਹੈ। ਅੱਲਾਹ ਪਾਕ ਤੁਹਾਡੀ ਇਸ ਇੰਤਖਾਬਾਤ ਦੇ ਵਿੱਚ ਜਿਹੜੇ ਡੀਸੀ ਕਲੋਨੀ 'ਚ ਹੋਣ ਜਾ ਰਹੇ ਨੇ, ਅੱਲਾਹ ਪਾਕ ਤੁਹਾਡੀ ਮਦਦ ਕਰੇਗਾ। ਤੁਸੀਂ ਪਲੀਜ਼ ਇਹ ਦੱਸੋ ਕਿ ਜਿਹੜੀ ਤੁਸੀਂ ਅਰਬਾਂ ਦੀ ਕਰਪਸ਼ਨ ਕਹਿੰਦੇ ਹੋ ਕਿ ਪਿਛਲੇ ਦੋਵੇਂ ਅਦਵਾਰ ਜਿਹੜੇ ਨੇ ਉਹਨਾਂ 'ਚ ਹੋ ਚੁੱਕੀ ਹੈ, ਕਿਆ ਉਹਨਾਂ ਦਾ ਕਰਨ ਵਾਲਿਆਂ ਦਾ ਕੋਈ ਮੁਹਾਸਬਾ ਕੀਤਾ ਜਾਏਗਾ? ਕਿਆ ਉਹ ਕਰਪਸ਼ਨ ਦਾ ਜਿਹੜਾ ਪੈਸਾ ਉਹ ਕਿਆ ਵਾਪਸ ਆਏਗਾ ਕਲੋਨੀ 'ਚ? ਅਗਰ ਉਹ ਪੈਸਾ ਵਾਪਸ ਆ ਜਾਵੇ ਤੇ ਉਹ ਫਿਰ ਕਲੋਨੀ ਦੇ ਫੰਡ ਜਿਹੜੇ ਨੇ ਉਹ ਵੱਧ ਜਾਣਗੇ, ਉਹ ਫਿਰ ਇੱਥੇ ਹੀ ਡਿਵੈਲਪਮੈਂਟ ਤੇ ਲੱਗੇਗਾ, ਹਾਂਜੀ, ਔਰ ਲੋਕਾਂ ਸਾਰਿਆਂ ਵਸਨੀਕਾਂ ਦਾ ਬੜਾ ਵੱਡਾ ਫਾਇਦਾ ਹੈ। ਉਹਦੇ ਬਾਰੇ 'ਚ ਤੁਹਾਡਾ ਕੀ ਲਾਇਹਾ ਅਮਲ ਹੋਵੇਗਾ ਜਿੱਤਣ ਤੋਂ ਬਾਅਦ? ਡਾਕਟਰ ਸਾਹਿਬ, ਕੋਈ ਵੀ ਐਸਾ ਹੁਣ ਤੱਕ ਕਰਪਸ਼ਨ ਦਾ ਕੇਸ ਨਹੀਂ, ਸ਼ਾਇਦ ਕੋਈ ਛੁਪਿਆ ਰਹਿ ਗਿਆ ਹੋਵੇ, ਅਦਰਵਾਈਜ਼ ਕਾਲੋਨੀ ਦੇ ਕੁਝ ਦੋਸਤ ਐਸੇ ਹੈ ਜਿਨ੍ਹਾਂ ਨੇ ਬੇੜਾ ਉਠਾਇਆ ਜੀ। ਉਹਨਾਂ 'ਚ ਇਦਰੀਸ ਡਾਰ ਸਾਹਿਬ ਸਰੇ ਫਹਿਰਿਸਤ ਨੇ। ਉਹ ਹਰ ਦਫਾ ਨੌਕ ਕਰਦੇ ਨੇ ਹਰ ਗਲਤ ਕੰਮ ਤੇ, ਜਿਹੜਾ ਵੀ ਮੁਤਲਕਾ ਅਦਾਰਾ ਹੁੰਦਾ ਹੈ, ਰਜਿਸਟਰਾਰ ਕੋਲ ਜਾਣਾ, ਕਿਸੇ ਅਦਾਲਤ 'ਚ ਜਾਣਾ, ਉਹਦੇ 'ਚ ਉਹ ਨੌਕ ਕਰਦੇ ਨੇ। ਹੁਣ ਸਾਡੀ ਅਦਾਲਤੀ ਕਮਜ਼ੋਰੀਆਂ ਨੂੰ ਸਾਡੇ ਮੌਜੂਦਾ ਕਰਪਟ ਦੋਨੋਂ ਪੈਨਲਸ ਨੇ ਵੀ ਬੜਾ ਵੱਡਾ ਇੱਕ ਆਲਾ ਕਾਰ ਬਣਾ ਲਿਆ। ਲੋਕਾਂ ਨੂੰ ਆਂਦੇ ਨੇ ਕਿ ਜੇ ਅਸਾਂ ਕਰਪਸ਼ਨ ਕੀਤੀ ਹੈ ਉਹ ਅਦਾਲਤ 'ਚ ਜਾਣ, ਤੇ ਸਾਡੇ ਕੋਲ ਅਦਾਲਤਾਂ 'ਚ ਕੇਸ ਸਾਰੇ ਮੌਜੂਦ ਪਏ ਨੇ, ਅਸੀਂ ਲਿਆ ਕੇ ਉਹਨਾਂ ਨੂੰ ਦਿਖਾ ਸਕਦੇ ਹਾਂ ਕਿ ਅਦਾਲਤਾਂ 'ਚ ਤੇ ਗਏ ਨੇ ਕੇਸ ਸਾਰੇ, ਲੇਕਿਨ ਸਾਡਾ ਅਦਾਲਤੀ ਨਿਜ਼ਾਮ ਉੱਥੇ ਤੇ ਕਈ ਪੁਸ਼ਤਾਂ ਇੰਤਜ਼ਾਰ ਕਰਨਾ ਪੈਂਦਾ ਤੇ ਫਿਰ ਜਾ ਕੇ ਉੱਥੇ ਫੈਸਲੇ ਹੁੰਦੇ ਨੇ। ਸਟੇ ਆਰਡਰ ਤੇ ਚੱਲਦੇ ਨੇ ਸਾਰੇ ਹੀ ਮਾਮਲਾ। ਜਿਹੜਾ ਹੁਣ ਮੌਜੂਦਾ ਰਜੀਮ ਹੈ ਇਹਦੇ ਚੂੰਕਿ ਹੁਣ ਆਖਰੀ ਦਿਨਾਂ 'ਚ ਜਿਹੜਾ ਰਾਣਾ ਮੁਹੰਮਦ ਸੈਨ ਵਾਲਾ ਤੇ ਦੂਸਰਾ ਮਾਮਲਾ ਹੋਇਆ 6-7 ਅਰਬ ਰੁਪਏ ਵਾਲਾ, ਇਹ ਤੇ ਹੁਣ ਰੀਸੈਂਟਲੀ ਕਰੰਟਲੀ ਹੋਇਆ, ਇਹ ਹਾਲੇ ਪੈਂਡਿੰਗ ਹੈ। ਇਹਦੇ ਤੇ ਵੀ ਸਾਰੇ ਸਟੇ ਵਗੈਰਾ ਹੋ ਚੁੱਕੇ ਨੇ। ਰਜਿਸਟਰਾਰ ਸਾਹਿਬ ਕੋਲ ਪਹਿਲੇ ਸਟੇ ਹੋਇਆ ਸੀ, ਉਹਨਾਂ ਨੇ ਫਿਰ ਇਹਨਾਂ ਪਰਸੂ ਕੀਤਾ। ਜਿੱਥੇ ਵੀ ਸਟੇ ਹੁੰਦਾ ਹੈ, ਜਿੱਥੇ ਵੀ ਵਕੀਲ ਕਰਨਾ ਪੈਂਦਾ, ਇਹਨਾਂ ਨੇ ਬਾਪ ਦਾ ਮਾਲ ਸਮਝਿਆ ਤੇ ਚੁੱਕ ਕੇ ਪਲਾਟ ਜਾਂ ਫਾਈਲਾਂ ਦੇ ਆਉਂਦੇ ਨੇ ਜਾਂ ਕਰੋੜਾਂ ਰੁਪਏ ਸੁਸਾਇਟੀ ਦੇ ਫੰਡ 'ਚੋਂ ਦਿੰਦੇ ਨੇ ਪਏ, ਤੇ ਉਹ ਉੱਥੇ ਹੀ ਬ੍ਰੇਕ ਲੱਗ ਜਾਂਦੀ ਹੈ। ਇਹ ਜਦੋਂ ਇਹ ਮੈਂ ਬੜੇ ਵਸੂਕ ਨਾਲ ਕਹਾਂਗਾ ਕਿ ਪਹਿਲੀ ਰਜੀਮ ਦੇ ਸਾਰੇ ਔਰ ਦੂਸਰੀ ਰਜੀਮ ਦੇ ਸਾਰੇ ਉਹ ਲੋਕ ਜਿਨ੍ਹਾਂ ਨੇ ਮਿਲ ਕੇ ਕਰਪਸ਼ਨ ਕੀਤੀ ਹੈ, ਇਹ ਮੁਕੰਮਲ ਤੌਰ 'ਤੇ ਇੱਕ ਦੂਜੇ ਦਾ ਸਹੂਲਤ ਕਰ ਰਹੇ ਨੇ। ਇਹ ਸਹੂਲਤਕਾਰੀ ਮੁੱਕੇਗੀ, ਨਵੀਂ ਰਜੀਮ ਆਏਗੀ। ਖੁਦਾ ਦੇ ਖੌਫ ਤੋਂ ਡਰ ਕੇ ਸੁਸਾਇਟੀ ਦਾ ਕੰਮ ਕਰਨ ਵਾਲੇ ਲੋਕ ਜਿਸ ਨੂੰ ਮੌਕਾ ਮਿਲੇਗਾ, ਉਹਨਾਂ ਨੂੰ ਕਿਸੇ ਹੋਰ ਦਾ ਡਰ ਨਹੀਂ ਹੋਵੇਗਾ, ਤੇ ਇਹ ਸਾਰੇ ਰਿਕਵਰ ਵੀ ਹੋਣਗੇ, ਸੁਸਾਇਟੀ ਦੇ ਉੱਤੇ ਲੱਗਣਗੇ ਵੀ, ਔਰ ਸੁਸਾਇਟੀ ਦਾ ਹੱਕ ਸੁਸਾਇਟੀ ਨੂੰ ਵਾਪਸ ਵੀ ਦਿੱਤਾ ਜਾਏਗਾ। ਇਹ ਡਿਲੇ ਸਿਰਫ ਅਦਾਲਤੀ ਹੈ, ਬਾਕੀ ਮਾਮਲਾ ਸਾਰੇ ਸਾਡੀਆਂ ਟੀਮਾਂ ਲੱਗੀਆਂ ਨੇ ਹੁਣ ਵੀ, ਇਹਨਾਂ ਨੂੰ ਭੁਗਤਣਾ ਪਏਗਾ, ਇਹਨਾਂ ਨੂੰ ਛੱਡਾਂਗੇ ਨਹੀਂ। ਕਿਸੇ ਇੱਕ ਦੋਸਤ ਨੇ, ਮੈਂ ਹੁਣ ਨਾਮ ਨਹੀਂ ਲਵਾਂਗਾ, ਕਿਸੇ ਬੜੇ ਮੁਅਤਬਰ ਦੋਸਤ ਨੂੰ ਸਵਾਲ ਕੀਤਾ ਕਿ ਤੁਸੀਂ ਇਹ ਐਡਾ ਵੱਡਾ ਬਲੰਡਰ ਜਿਹੜਾ ਕੀਤਾ 100 ਏਕੜ ਵਾਲਾ, ਇਹ ਤੇ ਹਜ਼ਮ ਹੋਣ ਵਾਲਾ, ਪਚਣ ਵਾਲਾ ਹੈ ਹੀ ਨਹੀਂ, ਇਹ ਤੁਸੀਂ ਬਲੰਡਰ ਨਹੀਂ ਕੀਤਾ। ਉਹਨਾਂ ਨੇ ਕਿਹਾ ਗਲਤੀ ਹੋ ਗਈ। ਉਹਨਾਂ ਕਿ ਫਿਰ ਕਿਸ ਤਰ੍ਹਾਂ ਗਲਤੀ ਦਾ ਉਜ਼ਾਲਾ ਕਰੋਗੇ? ਹੁਣ ਉਹਨਾਂ ਦਾ ਮਾਸੂਮਾਨਾ ਜਵਾਬ ਵੇਖ ਲਓ ਕਿ ਜਦੋਂ ਕਦੇ ਵੀ ਸ਼ਰਮਿੰਦਾ ਤਾਬੀਰ ਨਹੀਂ ਹੋ ਸਕਦਾ ਕਿ ਅਸੀਂ ਜਿਸ ਵੇਲੇ ਸਾਨੂੰ ਫਿਰ ਲੋਕ ਮੁੰਤਖਬ ਕਰਨਗੇ ਤੇ ਫਿਰ ਅਸੀਂ ਉਹ 100 ਏਕੜ ਵੇਚ ਦਿਆਂਗੇ, ਫਿਰ ਅਸੀਂ 100 ਏਕੜ ਇੱਥੋਂ ਲਵਾਂਗੇ ਹੋਰ ਡੀਸੀ ਕਲੋਨੀ ਦੇ ਨਾਲ, ਤੇ ਫਿਰ ਅਸੀਂ ਉਹ ਫਾਈਲਾਂ ਉੱਚ ਮੁੰਤਕਿਲ ਕਰ ਦਿਆਂਗੇ। ਕਿਆ ਇਹ ਕਾਬਲੇ ਅਮਲ ਹੈ? ਇਹ ਹੋ ਹੀ ਨਹੀਂ ਸਕਦਾ। ਨਾ 100 ਏਕੜ ਕਿਤੇ ਹੁਣ ਪਈਏ ਮੁਲਹਿਕਾ, ਨਾ ਉਹ ਲੈ ਸਕਦੇ ਨੇ। ਉਹ ਇੱਕ ਜਿਹੜਾ ਜ਼ੁਲਮ ਹੋ ਚੁੱਕਿਆ ਉਹ ਵਾਪਸ ਨਹੀਂ ਆ ਸਕਦਾ। ਹੁਣ ਤੇ ਧੋਖਾ ਦਿੰਦੇ ਨੇ ਪਏ, ਫਰਾਡ ਕਰਦੇ ਨੇ ਪਏ ਇੱਕ ਦੂਸਰੇ ਨਾਲ ਮਿਲ ਕੇ। ਉਹਨਾਂ ਦੀ ਇਹੀ ਖਾਸ਼ ਹੈ ਦੋਨਾਂ ਗਰੁੱਪਾਂ ਦੀ ਕਿ ਭਾਵੇਂ ਇੱਕ ਯੂਨਿਟੀ ਆ ਜਾਏ ਤੇ ਭਾਵੇਂ ਫਾਊਂਡਰ ਆ ਜਾਏ, ਔਰ ਉਹਨਾਂ ਦੀ ਤੈਅ ਹੋ ਚੁੱਕੀ ਹੈ ਕਿ ਜਿਹੜਾ ਵੀ ਆਏਗਾ ਉਹ ਦੂਸਰੇ ਦੀ ਸਾਬਕਾ ਕਰਪਸ਼ਨ ਨੂੰ ਡਿਫੈਂਡ ਕਰੇਗਾ। ਰਾਣਾ ਸਾਹਿਬ, ਤੁਸੀਂ ਫਰਮਾਇਆ ਕਿ ਇਹ ਜਿਹੜੇ ਦੋਵੇਂ ਗਰੁੱਪ ਨੇ ਤੁਹਾਡੇ ਪੇਸ਼ ਰੋ, ਯਾਨੀ ਜਿਹੜੇ ਪਹਿਲੇ ਇੱਕ ਦੋ ਵਾਰੀਆਂ ਲੈ ਚੁੱਕੇ ਨੇ ਡੀਸੀ ਕਲੋਨੀ ਦੀ ਸਦਾਰਤ ਦੀਆਂ, ਤੁਸੀਂ ਫਰਮਾਇਆ ਕਿ ਇਹ ਇੱਕ ਦੂਸਰੇ ਦੀ ਕਰਪਸ਼ਨ ਤੇ ਇੱਕ ਦੂਜੇ ਦੇ ਗੰਦ ਦੇ ਉੱਤੇ ਪਰਦਾ ਪਾ ਰਹੇ ਨੇ, ਔਰ ਅੱਗੋਂ ਵੀ ਇਹਨਾਂ ਪਾਣਾ ਅਗਰ ਇਹਨਾਂ ਚੋਂ ਕੋਈ ਵੀ ਹੋ ਜਾਂਦਾ। ਚਲੋ ਇਹ ਤੇ ਬਜਾਏ ਤੁਹਾਡਾ ਐਨਾਲਿਸਿਸ, ਤੁਸੀਂ ਇਹ ਦੱਸੋ ਕਿ ਅਗਰ ਤੁਹਾਡਾ ਗਰੁੱਪ ਆ ਜਾਂਦਾ ਤੇ ਤੁਸੀਂ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨਾਲ 100 ਏਕੜ ਤੁਸੀਂ ਜਿਹੜਾ ਦੱਸਿਆ ਵੀ 100 ਕਿੱਲਾ ਲੈ ਕੇ ਜ਼ਮੀਨ ਉਹ ਪਿੰਡ ਲਸ਼ਕਰੀਪੁਰ ਕੇ ਕਿਹੜਾ ਤੁਸੀਂ ਫਰਮਾਇਆ ਕਿ ਜਿਹੜਾ ਕਿ ਬਿਲਕੁਲ ਫਿਜ਼ੀਬਲ ਹੀ ਨਹੀਂ ਸੀ ਔਰ ਲੋਕੀ ਉਹ ਲੁੱਟ ਕਤੇ ਨੇ, ਤੇ ਕਿਆ ਫਿਰ ਉਹਨਾਂ ਦੇ ਕੁਝ ਪੈਸੇ ਵਾਪਸ ਲੁਟਾਉਣ ਵਾਸਤੇ ਅਦਾਲਤਾਂ 'ਚ ਤੇ ਵਾਕਈ ਬੜਾ ਡਿਲੇ ਹੁੰਦਾ ਨੇ ਕੰਮ,
ਗਵਰਨਮੈਂਟ ਸਾਡੀ ਜਿਹੜੀ ਉਹਦਾ ਗਰੀਬ ਆਦਮੀ ਉਹਦੀ ਤਰਜੀਹ ਨਹੀਂ, ਨਾ ਸਾਡੀ ਕਦੀ ਹਕੂਮਤ ਨੇ ਸੋਚਿਆ ਕਿ ਕਿਸੇ ਮਾੜੇ ਦੇ ਪੈਸੇ ਜੇ ਲੁੱਟ ਕੱਤੇ ਨੇ ਤੇ ਉਹ ਕਿਵੇਂ ਉਸ ਗਰੀਬ ਨੂੰ ਵਾਪਸ ਦਵਾਈਏ। ਤੇ ਤੁਸੀਂ ਬਰਸਰੇ ਇਕਤਦਾਰ ਤੁਹਾਡਾ ਗਰੁੱਪ ਜੇ ਆਉਂਦਾ ਤੇ ਤੁਸੀਂ ਕੀ ਕਰੋਗੇ ਫਿਰ ਉਹਨਾਂ ਵਾਸਤੇ ਜਿਨ੍ਹਾਂ ਦੀਆਂ ਹੱਕ ਤਲਫੀਆਂ ਹੋਈਆਂ ਨੇ ਇਸ ਤੁਹਾਡੀ ਡੀਸੀ ਕਲੋਨੀ ਦੇ ਵਿੱਚ? ਡਾਕਟਰ ਸਾਹਿਬ, ਇੱਕ ਤਾਂ ਮੈਂ ਅਗਰ ਦੋਸਤ ਜਿਨ੍ਹਾਂ ਨਾਲ ਜ਼ਿਆਦਤੀਆਂ ਹੋਈਆਂ ਨੇ ਉਹ ਤੁਹਾਡੇ ਇਸ ਪ੍ਰੋਗਰਾਮ ਦੇ ਵਸਾਤਤ ਨਾਲ ਮੇਰੀ ਇਹ ਗੱਲ ਸੁਣ ਸਕਣ ਤਾਂ ਮੈਂ ਉਹਨਾਂ ਨੂੰ ਆਇੰਦਾ ਵਾਸਤੇ ਵੀ ਇਹ ਨਸੀਹਤ ਕਰਾਂਗਾ ਕਿ ਇਨਸਾਨ ਜਦੋਂ ਵੀ ਉਹਦੇ ਨਾਲ ਇਹੋ ਜਿਹੀ ਮਾਲੀ ਕੋਈ ਜ਼ਿਆਦਤੀ ਹੁੰਦੀ ਹੈ ਜਾਂ ਉਹ ਲੁੱਟਿਆ ਜਾਂਦਾ, ਉਹਦੇ ਪਿੱਛੇ ਲਾਲਚ ਜ਼ਰੂਰ ਹੁੰਦਾ ਹੈ। ਇਹ ਲਾਲਚ ਦਿੰਦੇ ਨੇ ਕਿ ਇਹ ਚੀਜ਼ ਸਸਤੀ ਹੈ, ਤੁਸੀਂ ਸਸਤੀ ਨੂੰ ਨਾ ਵੇਖੋ, ਤੁਸੀਂ ਇਹ ਵੇਖੋ ਕਿ ਹੈ ਵੀ ਕਿਧਰੇ ਕਿ ਨਹੀਂ, ਇਹ ਫਿਜ਼ੀਕਲੀ ਵੀ ਕਿਧਰੇ ਮੌਜੂਦ ਹੈ ਕਿ ਨਹੀਂ। ਹੁਣ ਵੀ ਲੋਕ ਧੜਾ ਧੜੋ ਫਾਈਲਾਂ ਖਰੀਦੀ ਅਸੀਂ ਸ਼ੋਰ ਪਾਈ ਜਾਂਦੇ ਹਾਂ, ਉਹ ਫਾਈਲਾਂ ਖਰੀਦੀ ਜਾ ਰਹੇ ਨੇ ਸਿਰਫ ਇਹ ਕਿ ਬਹੁਤ ਘੱਟ ਕੀਮਤ ਤੇ ਦੇ ਰਹੇ ਨੇ, ਜਦੋਂ ਹੈ ਹੀ ਨਹੀਂ ਮੌਕੇ ਤੇ ਕੋਈ ਵਿਸ਼ਾ। ਡਾਕਟਰ ਸਾਹਿਬ, ਇਹ ਫਾਈਲਾਂ ਸੇਲ ਕਰਕੇ ਪੈਸੇ ਤੇ ਉਹ ਕਮਾਈ ਜਾ ਰਹੇ ਨੇ ਔਰ ਆਪਣੇ ਅਸਾਸੇ ਬਣਾਈ ਜਾ ਰਹੇ ਨੇ। ਟਾਈਮ ਤੇ ਲੱਗੇਗਾ, ਜਿਸ ਤਰ੍ਹਾਂ ਅਦਾਲਤੀ ਨਿਜ਼ਾਮ 'ਚ ਤਖੀਰ ਹੁੰਦੀ ਹੈ, ਲੇਕਿਨ ਇਹਨਾਂ ਦੇ ਅਸਾਸੇ ਜ਼ਰੂਰ ਜ਼ਬਤ ਹੋਣਗੇ ਔਰ ਜਿਸ ਹੱਦ ਤੱਕ ਵੀ ਮੁਮਕਿਨ ਹੋਇਆ ਇਹਨਾਂ ਨੂੰ ਇਨਸ਼ਾਅੱਲਾ ਅਸੀਂ ਵਾਪਸ ਵੀ ਲੁਟਾਵਾਂਗੇ ਜਿਹੜੇ ਲੋਕਾਂ ਨਾਲ ਜ਼ਿਆਦਤੀ ਹੁੰਦੀ ਹੈ। ਲੇਕਿਨ ਮੇਰੀ ਫਿਰ ਇਹ ਰਿਕੁਐਸਟ ਹੈ ਕਿ ਹੁਣ ਹੀ ਬਚ ਜਾਓ। ਹਾਲੇ ਵੀ ਉਹਨਾਂ ਡਿੱਗੀਆਂ ਭਰੀਆਂ ਨੇ ਫਾਈਲਾਂ ਨਾਲ। ਹੁਣ ਤੇ ਉਹ ਸੁਣਿਆ, ਮੈਂ ਚਸ਼ਮਦੀਦ ਗੌਰ ਸੁਣਿਆ ਕਿ ਉੱਥੇ ਹੁਣ ਤੇ ਪਾਲਿਸੀ ਬਣ ਗਈ ਹੈ ਕਿ ਜਿਹੜਾ ਬੰਦਾ 15 ਵੋਟ ਆ ਕੇ ਯਕੀਨਦਾਨੀ ਕਰਾਏਗਾ ਉਹਨੂੰ ਇੱਕ ਫਾਈਲ ਦਿੱਤੀ ਜਾਏਗੀ। ਉਸ ਤੋਂ ਅੱਗੇ ਅੱਗੇ ਹੋਰ ਵੀ ਇਹਦੇ ਬਣਾਏ ਨੇ ਕਿ ਜੀ ਇੰਨੇ ਵੋਟ ਹੋਣਗੇ ਤੇ ਇੰਨੀਆਂ ਫਾਈਲਾਂ ਦਿੱਤੀਆਂ ਜਾਣਗੀਆਂ। ਇਹ ਕਿਹੜੀ ਖਿਦਮਤ ਹੈ? ਜਿਸ ਬੰਦੇ ਨੇ ਖਿਦਮਤ ਦੇ ਜਜ਼ਬੇ ਨਾਲ ਆਉਂਦਾ ਉਹ ਤੇ ਬਿਲਕੁਲ ਉਹ ਤੇ ਡਰਦਾ ਹੈ ਕਿ ਅੱਲਾਹ ਤਾਲਾ ਮੇਰੇ ਤੇ ਜ਼ਿੰਮੇਵਾਰੀ ਯਾਨੀ ਕਿ ਵੋਟ ਉਹ ਖਰੀਦ ਰਹੇ ਨੇ ਤੇ ਲੇਕਿਨ ਵੋਟ ਦੇਣ ਵਾਲੇ ਜਿਹੜੇ ਸਾਡੇ ਰਾਏ ਦਹਿੰਦਗਾਨ ਨੇ, ਰਾਣਾ ਸਾਹਿਬ ਗੁਜ਼ਾਰਿਸ਼ ਹੈ ਕਿ ਅਸੀਂ ਇੱਕ ਗਲਤ ਬੰਦੇ ਦਾ ਅਗਰ ਇੰਤਖਾਬ ਕਰਨੇ ਆ ਤੇ ਉਹ ਮੁੰਤਖਬ ਹੋਣ ਵਾਲਾ ਜਿਹੜਾ ਛੇਡੀ ਬੈਕਗ੍ਰਾਉਂਡ ਵਾਲਾ ਬੰਦਾ ਹੈ ਜਾਂ ਬਦ ਕਿਰਦਾਰ ਆਦਮੀ ਹੈ, ਉਹਦਾ ਇਕੱਲੇ ਦਾ ਕਸੂਰ ਨਹੀਂ, ਕਸੂਰ ਸਾਡਾ ਵੀ ਤੇ ਹੈ ਜਿਨ੍ਹਾਂ ਨੇ ਉਹਨੂੰ ਮੁੰਤਖਬ ਕੀਤਾ। ਇਸ ਵਾਸਤੇ ਤੁਸੀਂ ਇਹ ਦੱਸੋ ਕਿ ਇਹ ਜਿਹੜੇ ਡੀਸੀ ਕਲੋਨੀ ਦੇ ਰਿਹਾਇਸ਼ੀ ਨੇ, ਜਿਹੜੇ ਰਾਏ ਦਹਿੰਦਗਾਨ ਨੇ, ਜਿਨ੍ਹਾਂ ਕੱਲ ਨੂੰ ਵੋਟ ਪਾਣੇ ਨੇ, ਕਿਆ ਉਹਨਾਂ ਦੀ ਵੀ ਅਕਸਰੀਅਤ ਇੱਕ ਨਵਾਂ ਗਰੁੱਪ ਤੁਸੀਂ ਐਸਟੈਬਲਿਸ਼ ਕੀਤਾ ਹੈ? ਕਿਹੜੀ ਕਿਹੜੀ ਬਰਾਦਰੀ ਤੁਹਾਡੇ ਨਾਲ ਰਲ ਰਹੀ ਹੈ ਕਿ ਇਹ ਲੋਕਾਂ ਨੂੰ ਵੀ ਇਦਰਾਕ ਔਰ ਅਹਿਸਾਸ ਹੈ ਵੇ ਕਿ ਇਹ ਇੱਕ ਮੁਸੱਫਾ ਤੇ ਸ਼ਫਾਫ ਕਿਰਦਾਰ ਵਾਲਾ ਗਰੁੱਪ ਸਾਹਮਣੇ ਆਇਆ ਤੇ ਅਸੀਂ ਇਹਨਾਂ ਨੂੰ ਵੋਟ ਦਈਏ? ਕਿੰਨੇ ਕੁ ਲੋਕ ਹੁਣ ਤੱਕ ਬਰਾਦਰੀਆਂ ਤੁਹਾਡੇ ਨਾਲ ਇਲਹਾਕ ਕਰ ਚੁੱਕੀਆਂ ਨੇ? ਡਾਕਟਰ ਸਾਹਿਬ, ਇੱਕ ਤੁਸੀਂ ਪਹਿਲੇ ਪੁੱਛਿਆ ਕਿ ਇਹ ਉੱਥੇ ਦੇ ਵਾਸੀਆਂ ਦਾ ਵੀ ਕਸੂਰ ਹੈ ਜਿਹੜੇ ਵੋਟ ਦੇ ਕੇ ਤੇ ਉਹਨਾਂ ਨੂੰ ਲਾਇਸੈਂਸ ਦਿੰਦੇ ਨੇ ਕਿ ਲੋ ਜੀ ਅਸੀਂ ਤੁਹਾਨੂੰ ਲਾਇਸੈਂਸ ਦੇ ਦਿੱਤਾ, ਹੁਣ ਤੁਸੀਂ ਮੁੰਤਖਬ ਹੋ ਗਏ ਹੋ। ਉਹਦੇ 'ਚ ਮੈਂ ਤੁਹਾਨੂੰ ਅਰਜ਼ ਕਰਦਾ ਚੱਲਾਂ ਕਿ 50-60 ਬੰਦੇ ਐਸੇ ਨੇ ਡੀਸੀ ਕਲੋਨੀ 'ਚ ਜਿਨ੍ਹਾਂ ਠੇਕਾ ਲਿਆ, ਯਾਨੀ ਕਿ ਉਹ ਕਿਸੇ ਨਾ ਕਿਸੇ ਆੜ 'ਚ, ਮਹੱਲੇਦਾਰੀ ਦੀ ਆੜ 'ਚ, ਬਰਾਦਰੀਜ਼ਮ ਦੀ ਆੜ 'ਚ, ਪਾਰਟੀਜ਼ਮ ਦੀ ਆੜ 'ਚ, ਧੜੇ ਦੀ ਆੜ 'ਚ ਉਹ ਉਹਨਾਂ ਨੂੰ ਵਰਗਲਾਉਂਦੇ ਨੇ, ਵਰਗਲਾ ਕੇ ਤੇ ਆਪ ਫਾਇਦੇ ਚੁੱਕਦੇ ਨੇ, ਆਪ ਫਾਈਲਾਂ ਲੈਂਦੇ ਨੇ, ਕਰੋੜਾਂ ਦੀਆਂ ਦਿਹਾੜੀਆਂ ਲਾਉਂਦੇ ਨੇ ਤੇ ਉਹਨਾਂ ਨੂੰ ਭੇਡ ਬੱਕਰੀਆਂ ਬਣਾ ਕੇ ਪੇਸ਼ ਕਰਦੇ ਨੇ। ਮੈਂ ਇਸ ਚੀਜ਼ ਨੂੰ ਸਾਰੀਆਂ ਸ਼ਾਵਾਂ ਨੂੰ ਖਤਮ ਕਰਨ ਵਾਸਤੇ, ਤੁਸੀਂ ਕਿਹਾ ਕਿਹੜੀ ਕਿਹੜੀ ਬਰਾਦਰੀ, ਅਸੀਂ ਬਰਾਦਰੀ ਦੀ ਤਫਰੀਕ ਖਤਮ ਕਰ ਦੇਣੀ ਹੈ। ਅਸੀਂ ਸਿਰਫ ਵੋਟ ਦੇ ਹੱਕਦਾਰ ਨੂੰ ਦੇਣ ਦੀ ਬਰਾਦਰੀ ਬਣਾਉਣੀ ਹੈ। ਇਹ ਬਰਾਦਰੀਆਂ ਖਤਮ ਹੋ ਜਾਣੀਆਂ, ਫਲਾਂ ਕਿਸ ਬਰਾਦਰੀ ਨਾਲ ਤਾਲੁਕ ਰੱਖਦਾ, ਇਹ ਇੱਕ ਬੜੀ ਵੱਡੀ ਮਜਬੂਰੀ ਹੈ। ਇਹ ਬੜੀ ਦੂਰੋਂ ਤੋਂ ਆ ਕੇ ਮਜਬੂਰੀ ਪਾਈ ਜਾਂਦੀ ਹੈ ਔਰ ਸਾਨੂੰ ਇਹ ਤੋਂ ਬਾਹਰ ਵੀ ਨਿਕਲਣਾ ਚਾਹੀਦਾ। ਅਸੀਂ ਇਨਸਾਫ ਕਰਨਾ ਵੋਟ ਦੇ ਨਾਲ, ਇਹ ਡੀਸੀ ਕਾਨੂੰਨ ਦੀ ਅਮਾਨਤ ਸਹੀ ਵਾਪਸ ਪਹੁੰਚਾਉਣੀ ਹੈ ਜਿਹਦਾ ਹੱਕ ਬਣਦਾ, ਤੇ ਫਿਰ ਸਾਨੂੰ ਇਹਨਾਂ ਜਿਹੜੀਆਂ ਨਾ ਜੀ ਮੁਰੱਵਤ ਤੇ ਮਸਲੀਅਤ ਇਹ ਤੋਂ ਪਾਕ ਹੋ ਕੇ ਫਿਰ ਵੋਟ ਦੇਣਾ ਪਏਗਾ। ਕਿਉਂਕਿ ਕਿਧਰੇ ਮੁਰੱਵਤ ਆ ਜਾਂਦੀ ਹੈ, ਕਿਧਰੇ ਮਸਲੀਅਤ ਆ ਜਾਂਦੀ ਹੈ, ਕਿਧਰੇ ਰਿਸ਼ਤੇਦਾਰੀ ਆ ਜਾਂਦੀ ਹੈ ਤੇ ਇਹ ਸਹੀ ਫੈਸਲਾ ਹੋਣ ਹੀ ਨਹੀਂ ਦਿੰਦੇ। ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਅਸੀਂ ਤੁਹਾਨੂੰ ਕੋਈ ਮਜਬੂਰੀ ਨਹੀਂ ਪਾਣੀ, ਆਪਣੇ ਜ਼ਮੀਰ ਦੇ ਮੁਤਾਬਕ ਫੈਸਲਾ ਕਰੋ। ਜਦੋਂ ਤੁਸੀਂ ਜਾਣਾ ਔਰ ਇਸ ਜ਼ਿਹਨ 'ਚ ਰੱਖਿਆ ਜਾਏ ਕਿ ਤੁਸੀਂ ਇਹਨੂੰ ਮਾਮੂਲੀ ਗੱਲ ਨਾ ਸਮਝੋ, ਜਿਸ ਦਿਨ ਤੁਸੀਂ ਵੋਟ ਪਾਉਣ ਜਾਣਾ ਉਸ ਦਿਨ ਤੁਸੀਂ ਇੱਕ ਅਮਾਨਤ ਵਾਪਸ ਕਰਨ ਜਾਣਾ ਤੇ ਅਮਾਨਤ ਉਹਨੂੰ ਲੁਟਾਇਆ ਜਿਹਦਾ ਹੱਕ ਬਣਦਾ ਤੇ ਉਸ ਵੇਲੇ ਅੱਲਾ ਦੀ ਜ਼ਾਤ ਹੋਣੀ ਹੈ ਤੇ ਤੁਹਾਡੇ ਹੱਥ 'ਚ ਸਟੈਂਪ ਹੋਣੀ ਤੇ ਇੱਥੇ ਘੰਟੀ ਵੀ ਵੱਜਦੀ ਹੋਣੀ ਹੈ। ਅਸੀਂ ਕਤਨ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਅਸੀਂ ਦੱਸਿਆ, ਤੁਸੀਂ ਕਹਿੰਦੇ ਸੋ ਕਿ ਜੀ ਦੋ ਹੀ ਗਰੁੱਪ ਨੇ, ਦੋਵੇਂ ਅਜ਼ਮਾਏ ਗਏ ਨੇ, ਦੋਵੇਂ ਕਰਪਟ ਨੇ ਤੇ ਬਾਰੀ ਅਜ਼ਮਾਏ ਗਏ ਨੇ, ਇਹ ਨਹੀਂ ਕੋਈ ਫਾਸਲਾ ਵਿੱਚ ਆ ਗਿਆ ਤੇ ਤੁਸੀਂ ਹੁਣ ਤੁਹਾਡੀ ਖੁਆਇਸ਼ ਸੀ ਕਿ ਤੁਸੀਂ ਬਿਹਤਰ ਗਰੁੱਪ ਆਵੇ। ਅਸੀਂ ਤੁਹਾਨੂੰ ਬਿਹਤਰ ਨਹੀਂ ਬਿਹਤਰੀਨ ਗਰੁੱਪ ਦੇ ਦਿੱਤਾ। ਅਗਰ ਤੁਸੀਂ ਹੁਣ ਵੀ ਉਹਦਾ ਇੰਤਖਾਬ ਨਹੀਂ ਕਰੋਗੇ, ਸਾਡਾ ਕਸੂਰ ਨਹੀਂ, ਕਸੂਰ ਤੁਹਾਡਾ ਇੰਤਖਾਬ ਕਰਨ ਵਾਲਾ। ਨਹੀਂ, ਤੁਹਾਡੀ ਗੱਲਾਂ ਬੜੀਆਂ ਸੋਲਿਡ ਨੇ, ਠੋਸ ਬਾਤਾਂ ਨੇ,
ਨਾਲੇ ਰਾਣਾ ਸਾਹਿਬ ਡੀਸੀ ਕਲੋਨੀ ਜਿਹੜੀ ਉਹ ਸਿਵਲਾਈਜ਼ਡ ਲੋਕਾਂ ਦੀ ਇੱਕ ਰਿਹਾਇਸ਼ੀ ਸਕੀਮ ਹੈ। ਉੱਥੇ ਸਾਰੇ ਪੜ੍ਹੇ ਲਿਖੇ ਲੋਕ ਰਹਿੰਦੇ ਨੇ। ਉਹ ਸਾਰੇ ਜਿਹੜੇ ਨੇ ਉਹ ਇਨਸ਼ਾਅੱਲਾ ਤੁਹਾਡੀ ਗੱਲ ਬਜਾਏ ਉਹ ਦੇਖਣਗੇ, ਪਰਖਣਗੇ, ਔਰ ਪਰਖਣ ਤੋਂ ਬਾਅਦ ਫਿਰ ਇਨਸ਼ਾਅੱਲਾ ਹੁਸੈਨੀਅਤ ਦਾ ਤੇ ਹੱਕ ਦਾ ਸਾਥ ਦੇਣਗੇ। ਯਜ਼ੀਦੀਅਤ ਵੱਲ ਨਹੀਂ ਜਾ ਸਕਦੇ। ਹੁਣ ਜਿਹੜੇ ਸਾਡੇ ਸਿਆਸਤਾਂ ਕਰਨ ਵਾਲੇ ਲੋਕ ਇਹ ਸਮਝਦੇ ਨੇ ਨਾ ਕਿ ਆਵਾਮ ਹਾਲੀ ਵੀ ਸਾਡੀ ਜਾਹਿਲ ਹੈ ਜਾਂ ਇਹਨੂੰ ਅਕਲ ਕੋਈ ਨਹੀਂ ਹੈ, ਸਾਦੇ ਬੱਦੂ ਨੇ, ਐਸੀ ਗੱਲ ਕੋਈ ਨਹੀਂ। ਹੁਣ ਲੋਕ ਵੀ ਮਾਸ਼ਾਅੱਲਾ ਬੜੇ ਸਿਆਣੇ ਹੋ ਗਏ ਨੇ। ਡਾਕਟਰ ਸਾਹਿਬ ਤੁਸੀਂ ਪੁੱਛ ਰਹੇ ਸੋ ਬਰਾਦਰੀਆਂ ਦੇ ਹਵਾਲੇ ਨਾਲ ਸਵਾਲ ਕੀਤਾ ਸੀ ਜੀ ਜੀ, ਤੇ ਮੈਂ ਤੁਹਾਨੂੰ ਜਵਾਬ ਦਿੱਤਾ ਸੀ ਕਿ ਬਰਾਦਰੀਜ਼ਮ ਤੁਸੀਂ ਯਕੀਨ ਨਹੀਂ ਰੱਖਦੇ। ਜੀ ਜੀ, ਅਸੀਂ ਪਾਰਟੀਜ਼ਮ ਤੇ ਵੀ ਯਕੀਨ ਨਹੀਂ ਰੱਖਦੇ, ਕਿਉਂਕਿ ਇਸ ਸੁਸਾਇਟੀ 'ਚ ਸਾਰੇ ਇੱਕ ਦੂਸਰੇ ਦੇ ਹਮਸਾਏ ਵੀ ਨੇ ਤੇ ਇਸ ਸੁਸਾਇਟੀ 'ਚ ਰਹਿਣ ਵਾਲੇ ਅਸੀਂ ਇੱਕ ਦੂਸਰੇ ਦੇ ਭਾਈ ਵੀ ਹਾਂ। ਸਾਡੀ ਉਸ ਹੱਦ ਤੱਕ ਜਿਹੜੇ ਇਖਤਲਾਫਾਤ ਨੇ, ਜਿਵੇਂ ਲੋਕ ਆਪਣਾ ਸਿਆਸੀ ਇਖਤਲਾਫਾਤ ਨੂੰ, ਨਜ਼ਰਿਆਤੀ ਇਖਤਲਾਫਾਤ ਨੂੰ ਜ਼ਾਤੀ ਇਖਤਲਾਫ ਤੱਕ ਲੈ ਜਾਂਦੇ ਨੇ, ਸਾਡਾ ਉਹ ਮਤਮਾ ਨਜ਼ਰ ਨਹੀਂ। ਲੇਕਿਨ ਰਾਤੀ ਚੁੱਕੇ ਅਸਾਂ ਇੱਕ ਪ੍ਰੋਗਰਾਮ, ਪਹਿਲਾ ਆਪਣਾ ਪ੍ਰੋਗਰਾਮ ਕਹਿ ਲਓ ਕਿ ਸਾਡੀ ਫਸਟ ਗੈਦਰਿੰਗ ਸੀ ਜੀ, ਪਹਿਲਾ ਇਕੱਠ ਸੀ ਜਿਹਦੇ 'ਚ ਅਸੀਂ ਮਦਊ ਕੀਤਾ ਔਰ ਕੋਸ਼ਿਸ਼ ਕੀਤੀ ਕਿ ਅਸੀਂ ਬਾਕੀ ਰਵਾਇਤ ਸਾਰੀਆਂ ਤੋੜ ਦੇ, ਦੂਸਰੀਆਂ ਜਿਹੜੇ ਹੈ ਨੇ ਗਰੁੱਪ ਉਹਨਾਂ ਦੀਆਂ, ਕਿ ਉਹ ਟਰਾਲੀਆਂ ਭਰ ਕੇ ਤੇ ਮਸਦੇ ਭਰ ਕੇ ਤੇ ਟਿਓਟੇ ਭਰ ਕੇ ਬਾਹਰੋਂ ਆਪਣੇ ਪਿੰਡਾਂ 'ਚੋਂ ਬੰਦੇ ਸੱਦਦੇ ਨੇ। ਇਲੈਕਸ਼ਨ ਡੀਸੀ ਕਲੋਨੀ ਦਾ ਤੇ ਉੱਥੇ ਮੁਖਤਲਿਫ ਦਿਹਾਤਾਂ ਦੇ ਤੇ ਮੁਖਤਲਿਫ ਤਹਿਸੀਲਾਂ ਦੇ ਬੰਦੇ ਆਏ ਹੁੰਦੇ ਨੇ। ਲੇਕਿਨ ਰਾਤੀ ਚੁੱਕੇ ਤੁਸੀਂ ਵੀ ਉੱਥੇ ਮੌਜੂਦ ਸੋ, ਤੁਸੀਂ ਵੇਖਿਆ ਕਿ ਕਿਹੜੀ ਬਰਾਦਰੀ ਉੱਥੇ ਨਹੀਂ ਸੀ, ਕਿਹਦੀ ਨੁਮਾਇੰਦਗੀ ਨਹੀਂ ਸੀ। ਜੇ ਤੁਸੀਂ ਬੱਟ ਬਰਾਦਰੀ ਲਵੋ, ਕਿਉਂਕਿ ਅਮਜਦ ਸਲੀਮ ਬੱਟ ਸਾਹਿਬ ਦਾ ਵੀ ਇੱਕ ਪੈਨਲ ਹੈ ਤੇ ਖਾਜਾ ਸਾਲੇ ਸਾਹਿਬ ਸਾਡੇ ਸਰਪ੍ਰਸਤ ਨੇ। ਉਸ ਤੋਂ ਬਾਅਦ ਸ਼ਾਹਿਦ ਬੱਟ ਸਾਹਿਬ ਸਨ, ਉੱਥੇ ਆਪਣਾ ਉਮਰ ਫਾਰੂਕ ਬੱਟ ਸਾਹਿਬ ਸਨ, ਹੋਰ ਕਾਫੀ ਸਾਰੇ ਬੱਟ ਸਾਹਿਬ, ਇਦਰੀਸ ਡਾਰ ਸਾਹਿਬ ਮੌਜੂਦ ਸਨ, ਬੇਸ਼ੁਮਾਰ ਸਨ ਹੋਰ ਵੀ ਜਿਨ੍ਹਾਂ ਦੇ ਨਾਂ ਲੈਣਾ ਮੁਮਕਿਨ ਨਹੀਂ। ਉਸ ਤੋਂ ਬਾਅਦ ਗੁੱਜਰ ਬਰਾਦਰੀ ਦੇ ਪ੍ਰੋਫੈਸਰ ਰਿਆਜ਼ ਸਾਹਿਬ ਤੁਹਾਡੇ ਸਾਹਮਣੇ ਖੁਦ ਹੋ ਤੇ ਤਸ਼ਰੀਫ ਫਰਮਾ ਸਨ, ਉਹਨਾਂ ਦੀ ਬਰਾਦਰੀ ਦੇ ਕਾਫੀ ਸਾਰੇ ਦੋਸਤ ਆਏ ਸਨ। ਬਾਕੀ ਵੀ ਸਾਰੀਆਂ ਬਰਾਦਰੀਆਂ, ਜੱਟ ਬਰਾਦਰੀ ਦੇ ਆਪ ਸਾਰੇ ਜਨਰਲ ਸੈਕਟਰੀ ਸਾਹਿਬ ਨੇ, ਤੁਹਾਡੇ ਜਨਰਲ ਸੈਕਟਰੀ ਸਾਹਿਬ ਜੱਟ ਬਰਾਦਰੀ ਦੇ ਨੇ, ਫਿਰ ਉੱਥੋਂ ਵੜੈਚ ਬਰਾਦਰੀ ਦੇ ਨਦੀਮ ਵੜੈਚ, ਸਲੀਮ ਵੜੈਚ, ਸਾਰੇ ਹੋਰ ਵੀ ਕਾਫੀ ਸਾਰੇ ਦੋਸਤ ਫਕੀਰੁੱਲਾ ਵੜੈਚ ਤਸ਼ਰੀਫ ਲਿਆਏ ਸਨ, ਜਿਨ੍ਹਾਂ ਨੇ ਬਰਮਲਾ ਉੱਥੇ ਐਲਾਨ ਕੀਤਾ ਕਿ ਅਸੀਂ ਬਰਾਦਰੀ ਦਾ ਨਹੀਂ ਸਾਥ ਦੇਵਾਂਗੇ, ਅਸੀਂ ਹੱਕ ਸੱਚ ਦਾ ਸਾਥ ਦੇਵਾਂਗੇ। ਇਸ ਕਰਕੇ ਅਸੀਂ ਡੋਰ ਟੂ ਡੋਰ ਕੰਪੇਨ 'ਚ ਵੀ ਇਹ ਕਤਲ ਨਹੀਂ ਬੁਨਿਆਦ ਬਣਾਉਂਦੇ। ਅਸੀਂ ਕਤਲ ਇਹ ਨਹੀਂ ਦੱਸਦੇ ਕਿ ਇਹ ਬਰਾਦਰੀ ਬਹੁਤ ਵੱਡੀ ਹੈ ਤਾਂ ਜ਼ਿਆਦਾ ਇਸਤਹਿਕਾਕ ਹੈ। ਵੋਟ ਹਰ ਇੱਕ ਦਾ ਇੱਕ ਹੈ। ਅਸੀਂ ਉਹਨੂੰ ਯਾਦ ਕਰਾਉਂਦੇ ਹਾਂ ਕਿ ਤੇਰਾ ਵੀ ਵੋਟ ਇੱਕ ਹੈ ਤੇ ਵੱਡੇ ਦਾ ਵੀ ਇੱਕ ਹੈ, ਤੇ ਵੋਟ ਅਸਲ ਉਹ ਜਿਹੜਾ ਹੱਕ ਵਾਸਤੇ ਇਸਤੇਮਾਲ ਹੋਣਾ। ਤੇ ਖੁਦਾ ਸ਼ਾਹਜ ਇਹ ਜਿਹੜੇ ਇਕੱਠ ਤੇ ਆ ਜਿਹੜੇ ਮਜਮੇ ਲਾਉਂਦੇ ਨੇ ਨਾ, ਇਹ ਮਜਮਿਆਂ ਦਾ ਅਗਰ ਮੇਰੇ ਨਾਲ ਮੁਕਾਬਲਾ ਕਰਨਾ ਤਾਂ ਫਿਰ ਕਿਸੇ ਸਟੇਡੀਅਮ 'ਚ ਰੱਖਣ। ਮੈਂ ਤਾਂ ਸਟੇਡੀਅਮ ਭਰਨ ਵਾਲਾ ਬੰਦਾ, ਇਹ ਤਾਂ ਨਿੱਕੀਆਂ ਨਿੱਕੀਆਂ ਪਲਾਟਾਂ 'ਚ ਕਰਦੇ ਨੇ। ਰਾਤੀ ਤੇ ਅਸੀਂ ਪਹਿਲਾਂ ਸਿਰਫ ਤਾਰਫੀ ਪ੍ਰੋਗਰਾਮ ਸੀ ਤੇ ਬਰਾਦਰੀਆਂ ਸਾਰੀਆਂ ਸਾਡੇ ਨਾਲ ਚੱਲਦੀਆਂ ਨੇ ਪਈਆਂ। ਬਿਲਕੁਲ ਕੋਈ ਕਦਗਨ ਨਹੀਂ ਕਿ ਅਸੀਂ ਸਮਝੀਏ ਕਿ ਇਹਨੂੰ ਸੀਟ ਨਹੀਂ ਦਿੱਤੀ, ਕੋਈ ਕਹਿੰਦਾ ਜੀ ਮੈਨੂੰ ਸੀਟ ਦਿਓ ਜਾਂ ਨਾ ਦਿਓ। ਦੂਜੇ ਪੈਨਲ 'ਚ ਇਹ ਬਹਿਸ ਚੱਲਦੀ ਹੈ ਪਈ। ਅਸੀਂ ਸਮਝਦੇ ਕਿ ਨਹੀਂ, ਕਿਸੇ ਵੀ ਬਰਾਦਰੀ ਦਾ ਬੰਦਾ ਅਗਰ ਠੀਕ ਹੈ, ਦਰੁਸਤ ਹੈ, ਨੁਮਾਇੰਦਗੀ ਦਰੁਸਤ ਕਰਦਾ ਤਾਂ ਤੁਸੀਂ ਉਹਨੂੰ ਵੋਟ ਦਿਓ। ਔਰ ਸਾਰੇ ਅਲਹਮਦੁਲਿਲਾ ਇਸ ਗੱਲ ਦੇ ਉੱਤੇ ਮੁਤਫਿਕ ਹੋ ਕੇ ਔਰ ਕੋਸ਼ਿਸ਼ ਕਰਦੇ ਨੇ ਪਏ। ਸਾਡਾ ਸਾਇਲੈਂਟ ਵੋਟ ਮੋਰ ਦੈਨ 90% ਉਹ ਸਾਨੂੰ ਯਕੀਨਦਾਨੀ ਕਰਾਉਂਦਾ ਕਿ ਅਸੀਂ ਇਸ ਸੁਸਾਇਟੀ 'ਚ ਜਿਸ ਮਕਸਦ ਵਾਸਤੇ ਆਏ ਸਾਂ, ਮਕਸਦ ਫੌਤ ਹੋ ਗਿਆ। ਇੱਥੇ ਉਹੀ ਡੇਰਾ ਕਲਚਰ ਚੱਲ ਗਿਆ, ਇੱਥੇ ਉਹੀ ਕਲਾਸ਼ਨਕੋਫ ਕਲਚਰ ਚੱਲ ਗਿਆ, ਇੱਥੇ ਉਹੀ ਗਨਮੈਨ ਲੈ ਕੇ ਫਿਰਦੇ ਨੇ ਪਏ। ਅਸੀਂ ਤਾਂ ਆਪਣੀਆਂ ਔਲਾਦਾਂ ਦਾ ਮੁਸਤਕਬਲ ਬਿਹਤਰ ਬਣਾਉਣ ਵਾਸਤੇ, ਮਹਿਫੂਜ਼ ਬਣਾਉਣ ਵਾਸਤੇ ਇਸ ਸੁਸਾਇਟੀ ਦਾ ਇੰਤਖਾਬ ਕੀਤਾ ਸੀ। ਇੱਥੇ ਫਿਰ ਹੀ ਉਹ ਕਲਚਰ ਪ੍ਰਮੋਟ ਕਰਦੇ ਨੇ ਪਏ, ਉਹਨੂੰ ਪ੍ਰਵਾਨ ਚੜ੍ਹਾਉਂਦੇ ਨੇ ਪਏ। ਔਰ ਇਸ ਸੁਸਾਇਟੀ 'ਚ ਨਾ ਤਾਂ ਕੋਈ ਅਨਪੜ੍ਹ ਜਾਹਲ ਲੋਕ ਰਹਿੰਦੇ ਨੇ। ਔਰ ਮੈਂ ਤੁਹਾਨੂੰ ਦੱਸ ਦਿਆਂ ਤੁਹਾਡੇ ਨੌਲੇਜ 'ਚ ਇਜ਼ਾਫੇ ਵਾਸਤੇ, ਇਲਮ 'ਚ ਇਜ਼ਾਫੇ ਵਾਸਤੇ, ਕਿ ਡੀਸੀ ਕਾਲੋਨੀ ਦਾ ਕੋਈ ਵੀ ਬੰਦਾ ਜਿਹਦੇ ਨਾਂ ਖਾਲੀ ਇੱਕ ਪਲਾਟ ਵੀ ਹੈ ਨਾ 5 ਮਰਲੇ ਦਾ, ਉਹ ਵੀ ਕਰੋੜਪਤੀ ਹੈ। 1 ਕਰੋੜ ਤੋਂ ਘੱਟ ਪਲਾਟ ਨਹੀਂ। ਜਿਹੜਾ 5 ਮਰਲੇ ਦਾ ਘਰ ਬਣਾ ਲੈਂਦਾ ਉਹ 2 ਕਰੋੜ ਦਾ ਘਰ ਬਣ ਜਾਂਦਾ। ਉਹਦਾ 10 ਮਰਲੇ ਪਲਾਟ ਵਾਲਾ ਕਮ ਅਜ਼ ਕਮ 2.5-3 ਕਰੋੜ ਦਾ ਘਰ ਬਣਦਾ ਪਲਾਟ ਵਾਲੇ ਦਾ। 1 ਕਨਾਲ ਜਿਹੜਾ ਘਰ ਬਣਾਉਂਦਾ ਉਹਦਾ 7-8 ਕਰੋੜ ਦਾ। ਤੁਸੀਂ ਮੈਨੂੰ ਦੱਸੋ, ਇਹਨਾਂ ਲੋਕਾਂ ਦੇ ਵਾਸਤੇ ਬਾਸੇ ਸ਼ਰਮਿੰਦਗੀ ਨਹੀਂ ਕਿ ਇਹਨਾਂ ਦਾ ਤਰਜਮਾ ਇੰਝ ਕੀਤਾ ਜਾਏ ਕਿ ਇਹ ਜਿੱਥੇ ਖਾਣਾ ਪੱਕਿਆ ਹੋਇਆ ਆ ਜਾਂਦੇ ਨੇ। ਉਹ ਜਿਹਦਾ 5-7-10 ਕਰੋੜ ਦਾ ਘਰ ਹੈ, ਉਹਦੇ ਘਰ ਤੇ ਫਰਿੱਜ ਤਰਾਇਆ ਪਏ ਹੁੰਦੇ ਨੇ ਤੇ ਫਰਿੱਜ ਗੋਸ਼ਤ ਵੀ ਹਰ ਵੇਲੇ ਪਿਆ ਹੁੰਦਾ ਤੇ ਹਰ ਰੋਜ਼ ਗੋਸ਼ਤ ਪਕਾਉਂਦੇ ਨੇ। ਇੱਥੇ ਇਹ ਉਹ ਹੀ ਰਵਾਇਤ ਫਿਰ ਚਲਾਉਣਾ ਚਾਹੁੰਦੇ ਨੇ ਕਿ ਜੀ ਫਲਾਂ ਬੰਦੇ ਨੇ ਜੀ ਮਟਨ ਪੱਕਾ ਸੀ, ਫਲਾਂ ਨੇ ਚਿਕਨ ਪੱਕਾ ਸੀ, ਫਲਾਂ ਦੀਆਂ 10 ਡਿਸ਼ਾਂ ਸਨ, ਫਲਾਂ ਦੇ ਕੋਲ ਇੰਨੀ ਉੱਥੇ ਗੈਦਰਿੰਗ ਸੀ। ਇੱਥੇ ਇਹਨਾਂ ਸ਼ਾਵਾਂ ਨੇ ਕਾਰਗਰ ਸਾਬਤ ਨਹੀਂ ਹੋਣਾ। ਇਹ ਅਜ਼ਮਾਏ ਫਾਰਮੂਲੇ ਅਦਕਾਂ ਫੇਲ ਕਰ ਦਿਆਂਗੇ। ਕਾਹਦੇ ਨਾਲ ਫੇਲ ਕਰਾਂਗੇ? ਸੱਚਾਈ ਨਾਲ, ਅੱਛੇ ਨੁਮਾਇੰਦੇ ਦੇ ਕੇ, ਅੱਛਾ ਮਨਸ਼ੂਰ ਦੇ ਕੇ, ਔਰ ਬਿਲਕੁਲ ਸਾਫ ਸੁਥਰੀ
ਦਿਆਨਤ ਤੇ ਮਬਨੀ, ਅਮਾਨਤ ਤੇ ਮਬਨੀ ਸਾਰੀ ਗੱਲ ਕਰਾਂਗੇ ਕਿ ਇਹ ਕੋਈ ਇਹਦੇ 'ਚ ਲਗੀ ਲਿਪਟੀ ਨਹੀਂ ਹੋਏਗੀ ਕਿ ਕੀ ਅਸਾਂ ਕਰਨਾ ਡੀਸੀ ਕਲੋਨੀ ਵਾਸਤੇ, ਇਹਦੇ ਰਹਿਸ਼ੀਆਂ ਵਾਸਤੇ ਕੀ ਕਰਨਾ, ਉਹ ਸਾਰਿਆਂ ਨੂੰ ਦੱਸਾਂਗੇ। ਔਰ ਇਨਸ਼ਾਅੱਲਾ ਅਗਰ ਉੱਤੇ ਅਮਲ ਨਾ ਕੋ ਕਰ ਸਕਿਆ ਸਾਡਾ ਦੋਸਤ ਜਾਂ ਸਾਡਾ ਪੈਨਲ, ਅੱਲਾ ਨੇ ਫਤਹ ਦਿੱਤੀ, ਤੇ ਦੁਬਾਰਾ ਅਸੀਂ ਕਦੇ ਵੀ ਇਸ ਸੁਸਾਇਟੀ 'ਚ ਇਹ ਨਹੀਂ ਹੱਕ ਜਤ ਲਾਵਾਂਗੇ ਕਿ ਨਹੀਂ ਮੈਂ ਨਹੀਂ ਤੇ ਮੇਰਾ ਪੁੱਤਰ, ਮੈਂ ਨਹੀਂ ਤੇ ਮੇਰਾ ਭਰਾ, ਜਾਂ ਸਾਡਾ ਹੀ ਇਸਤਹਿਕਾਕ ਕਿ ਇਲੈਕਸ਼ਨ ਲੜਦੇ ਆ ਰਹੇ, ਸਾਡੇ ਗਰੁੱਪ ਨੇ ਲੜਨਾ ਤੇ ਸਾਡੇ ਪੁੱਤਰ ਪੁੱਤਰਾਂ ਹੀ ਲੜਨਾ। ਅਸੀਂ ਇਨਸ਼ਾਅੱਲਾ ਇਸ ਦਫਾ ਇਸ ਗੰਦ ਨੂੰ ਸਾਫ਼ ਕਰਨਾ। ਔਰ ਇਸ ਸਿਆਸਤ ਦੀ ਬੁਨਿਆਦ ਪਾਸਬਾਨ ਗਰੁੱਪ ਨੇ ਇਹ ਸ਼ਰਤ ਰੱਖੀ ਹੈ ਕਿ ਜਾਂ ਕਰਪਸ਼ਨ ਰਵੇਗੀ ਜਾਂ ਅਸੀਂ ਰਵਾਂਗੇ। ਅੱਛਾ ਹਜ਼ੂਰ, ਇਹ ਤੁਸੀਂ ਦੱਸੋ ਕਿ ਇਹ ਜਿਹੜੀ ਡੀਸੀ ਕਲੋਨੀ ਦੇ ਮੇਨ ਜਿਹੜੇ ਮਸਾਇਲ ਨੇ ਨਾ, ਕੋਈ 1 2 4 ਮਸਾਇਲ ਦੱਸੋ ਵੱਡੇ ਜਿਹੜੇ ਨੇ, ਤੇ ਤੁਸੀਂ ਜੇ ਅੱਲਾਹ ਪਾਕ ਤੁਹਾਨੂੰ ਬਰਸਰੇ ਇਕਤਦਾਰ ਲਿਆਉਂਦਾ ਤੇ ਸਭ ਤੋਂ ਪਹਿਲਾ ਕਿਹੜਾ ਮਸਲਾ ਤੁਸੀਂ ਆਵਾਮ ਦਾ ਸਹੀ ਕਰੋਗੇ ਜਿਹਦੇ ਤੋਂ ਸਾਡੇ ਡੀਸੀ ਕਲੋਨੀ ਦੇ ਉੱਥੇ ਜਿਹੜੀ ਲੋਕੈਲਿਟੀ ਹੈ, ਜਿਹੜੇ ਲੋਕ ਰਹਿ ਰਹੇ ਨੇ ਵਸਨੀਕ, ਉਹ ਬੜੇ ਹੀ ਤੰਗ ਨੇ, ਉਹ ਕਿਹੜੇ ਕੋਈ 1 2 ਮਸਾਇਲ ਦੱਸੋ। ਡਾਕਟਰ ਸਾਹਿਬ ਮੈਂ ਸਮਝਦਾ ਕਿ ਇਹ ਤੁਹਾਡਾ ਜਿਹੜਾ ਮਸਲਾ ਹੁੰਦਾ, ਤੁਸੀਂ ਆਫਿਸ ਜਾਂਦੇ ਹੋ, ਆਪਣੇ ਬਿਜ਼ਨਸ ਤੇ ਜਾਂਦੇ ਹੋ, ਤੇ ਤੁਹਾਡਾ ਜਿਹੜਾ ਘਰ ਹੁੰਦਾ, ਜਿਹੜਾ ਮਸਕਨ ਹੁੰਦਾ, ਉਹ ਪੁਰਸਕੂਨ ਹੋਣਾ ਚਾਹੀਦਾ। ਉਹਦੇ ਵਾਸਤੇ ਮੇਰੇ ਪੁਆਇੰਟ ਆਫ ਵਿਊ ਨਾਲ ਸਭ ਤੋਂ ਪਹਿਲੇ ਤੇ ਜਿਹੜਾ ਸੁਸਾਇਟੀ ਦਾ ਨਾ ਸਿਕਿਉਰਿਟੀ ਦਾ ਨਿਜ਼ਾਮ ਬਹੁਤ ਸਖਤ ਔਰ ਬਹੁਤ ਅੱਛਾ ਹੋਣਾ ਚਾਹੀਦਾ, ਔਰ ਹਰ ਬੰਦਾ ਆਪਣੇ ਆਪ ਨੂੰ ਸਿਕਿਉਰ ਸਮਝੇ ਕਿ ਮੇਰੀ ਚੀਜ਼ ਬਾਹਰ ਵੀ ਪਈ ਹੈ, ਬਗੈਰ ਤਾਲੇ ਤੋਂ ਵੀ ਪਈ ਹੈ, ਤਾਂ ਮੈਂ ਸਿਕਿਉਰ ਹਾਂ। ਦੂਸਰੇ ਨੰਬਰ ਤੇ ਮੈਂ ਸਮਝਦਾ ਕਿ ਇਸ ਤੋਂ ਵੀ ਜ਼ਿਆਦਾ ਅਹਿਮੀਅਤ ਦੀ ਹਾਮਲ ਇਹ ਚੀਜ਼ ਹੈ ਕਿ ਅਸੀਂ, ਮੈਂ ਚੂँਕਿ ਬਾਰ-ਬਾਰ ਇਹ ਤਜ਼ਕਰਾ ਕਰ ਚੁੱਕੇ ਹਾਂ ਕਿ ਅਸੀਂ ਆਪਣੀਆਂ ਸਾਰੇ ਦੋਸਤਾਂ ਨੇ ਜਿਹੜੇ ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਹਿੰਮਤ ਵਸਾਇਲ ਦਿੱਤੇ ਸਨ, ਜਿਹੜੇ ਜਿਹਨਾਂ ਨੂੰ ਵੈਲ ਆਫ ਕਹਿੰਦੇ ਆ, ਉਹਨਾਂ ਨੇ ਇਸ ਸੋਚ ਨਾਲ ਇਸ ਸੁਸਾਇਟੀ ਦਾ ਇੰਤਖਾਬ ਕੀਤਾ ਸੀ ਕਿ ਸਾਡੀ ਆਉਣ ਵਾਲੀ ਨਸਲ ਦਾ ਜਿਹੜਾ ਮੁਸਤਕਬਲ ਹੈ ਉਹ ਸਿਕਿਉਰ ਵੀ ਹੋਵੇ, ਮਹਿਫੂਜ਼ ਵੀ ਹੋਵੇ, ਤੇ ਉੱਥੇ ਸਾਨੂੰ ਮਾਹੌਲ ਵੀ ਇੰਝ ਦਾ ਮਿਲੇ ਕਿ ਜਿਸ ਮਾਹੌਲ 'ਚ ਉਹਨਾਂ ਦੀ ਪਰਵਰਿਸ਼ ਹੋਵੇ, ਉਹਦੀ ਉਹ ਅਕਾਸ਼ੀ ਕਰੇ ਉਹਦੀ ਸੁਸਾਇਟੀ, ਕਿ ਉਹ ਸੁਸਾਇਟੀ ਦੇ ਬਸ ਤਹਿਜ਼ੀਬ ਯਾਫਤਾ ਉੱਥੇ ਹੋਵੇ। ਤੇ ਉਹ ਸਾਡੇ ਉੱਥੇ ਕਲਚਰ ਉਹ ਖਰਾਬ ਹੁੰਦਾ ਪਿਆ, ਦਿਨ ਬ ਦਿਨ ਖਰਾਬ ਹੁੰਦਾ ਪਿਆ। ਉੱਥੇ ਪਿੰਡਾਂ ਵਾਲੇ ਮਾਹੌਲ, ਫਿਰ ਉੱਥੇ ਢੋਲੀਆਂ ਤੇ ਚਮਗੱਟੇ। ਹੁਣ ਸਾਡੀਆਂ ਮਾਵਾਂ ਭੈਣਾਂ ਸੈਰ ਵਾਸਤੇ ਪਾਰਕਾਂ 'ਚ ਨਿਕਲਦੀਆਂ ਨੇ ਤੇ ਬੜਾ ਅੱਛਾ ਮਾਹੌਲ ਸੀ ਇਸ ਸੁਸਾਇਟੀ ਦਾ, ਲੇਕਿਨ ਚੰਦ ਸਾਲਾਂ ਤੋਂ ਉੱਥੇ ਉਹਨਾਂ ਵਾਸਤੇ ਸੈਰ ਕਰਨਾ, ਬਾਹਰ ਨਿਕਲਣਾ ਮੁਹਾਲ ਹੋ ਗਿਆ। ਅਸੀਂ ਉਹਨੂੰ ਵੀ ਦਰੁਸਤ ਕਰਾਂਗੇ। ਇਹਦੇ ਰਿਪੇਅਰ ਐਂਡ ਮੇਨਟੇਨੈਂਸ, ਇਹਦੇ ਸਾਫ਼ ਪਾਣੀ ਦਾ ਇਹਤਮਾਮ, ਪਾਣੀ ਦਾ ਵਾਫਰ ਇਹਤਮਾਮ ਜ਼ਰੂਰ ਹੈ, ਲੇਕਿਨ ਮੇਰਾ ਬੜਾ ਦਿਲ ਦੁਖਦਾ ਜਦੋਂ ਮੈਂ ਸਵੇਰੇ ਵਾਕ ਵਾਸਤੇ ਨਿਕਲਣਾ ਤੇ ਸਾਡੇ ਸਫਾਈ ਦਾ ਨਿਜ਼ਾਮ ਕੋਈ ਨਹੀਂ, ਔਰ ਪਾਣੀ ਜਗ੍ਹਾ ਜਗ੍ਹਾ ਤੇ ਬੇਸ਼ੁਮਾਰ ਲੀਕ ਹੋ ਰਿਹਾ। ਔਰ ਮੈਨੂੰ ਤਕਲੀਫ ਹੁੰਦੀ ਹੈ ਕਿ ਸਾਡੇ ਮੁਲਕ 'ਚ ਕੁਝ ਜਗ੍ਹਾ ਐਸੀਆਂ ਜਿੱਥੇ ਲੋਕ ਇੱਕ ਗਲਾਸ ਪਾਣੀ ਤੋਂ ਤਰਸਦੇ ਨੇ ਤੇ ਅਸੀਂ ਰੋਜ਼ ਕਈ 100 ਲੀਟਰ ਪਾਣੀ ਜ਼ਾਇਆ ਕਰ ਦਿੰਦੇ ਹਾਂ। ਇੱਥੇ ਇੰਤਜ਼ਾਮ, ਇਹਤਮਾਮ, ਮੈਨੇਜਮੈਂਟ ਬਿਲਕੁਲ ਸੁੱਤੀ ਪਈ ਹੈ। ਸਫਾਈ ਦਾ ਇੰਤਜ਼ਾਮ ਬਿਲਕੁਲ ਨਾਕਸ ਹੈ। ਰੋਡਸ ਬਣਨ ਵਾਲੇ ਪਏ ਨੇ, ਔਰ ਮੈਂ ਸਮਝਦਾ ਸਭ ਤੋਂ ਵੱਡਾ ਜਿਹੜਾ ਸਾਡਾ ਮਸਲਾ ਨਾ ਜੀ, ਉਹ ਸਭ ਤੋਂ ਵੱਡਾ ਮਸਲਾ ਨਾਸੂਰ ਦੀ ਸ਼ਕਲ ਵਿੱਚ ਕਰਪਸ਼ਨ ਹੈ। ਅਸੀਂ ਕਰਪਸ਼ਨ ਦਾ ਖਾਤਮਾ ਕਰਾਂਗੇ ਤੇ ਇਹਦੇ ਬਾਕੀ ਰਹਿਸ਼ੀਆਂ ਦੀ ਜਿਹੜੀਆਂ ਜ਼ਰੂਰਤਾਂ ਨੇ ਉਹਨੂੰ ਇਨਸ਼ਾਅੱਲਾ ਪੂਰੀਆਂ ਕਰਾਂਗੇ, ਤੇ ਇਸ ਸੁਸਾਇਟੀ 'ਚ ਰਹਿ ਕੇ ਲੋਕ ਫਖਰ ਮਹਿਸੂਸ ਕਰਿਆ ਕਰਨਗੇ ਅਗਰ ਅੱਲਾ ਨੇ ਸਾਨੂੰ, ਸਾਡੇ ਪੈਨਲ ਨੂੰ ਮੌਕਾ ਦਿੱਤਾ। ਤੇ ਫਿਰ ਮੈਂ ਸਮਝਦਾ ਇਹ ਕਿਸੇ ਨੇ 2-3 ਵਾਰੀਆਂ ਲੈ ਲਈਆਂ ਤੇ ਕੋਈ ਦੂਜੀ ਵਾਰੀ ਤੀਜੀ ਲੈਣ ਦੇ ਚੱਕਰਾਂ 'ਚ, ਤੇ ਮੇਰਾ ਖਿਆਲ ਹੈ ਕਿ 3 ਸਾਲ ਸੁਸਾਇਟੀ, ਸਾਨੂੰ ਟਾਈਮ ਥੋੜ੍ਹਾ ਜਿਹਾ ਇਸ ਕਰਕੇ ਜ਼ਰੂਰ ਲੱਗੇਗਾ ਕਿ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ। ਇਹਨੂੰ ਸੰਭਲਣ ਵਾਸਤੇ ਵੀ ਟਾਈਮ ਚਾਹੀਦਾ, ਲੇਕਿਨ ਅਸੀਂ ਸੰਭਲਾਂਗੇ ਵੀ, ਔਰ ਇੱਕ ਟਨਿਓਰ ਚੇਂਜ ਦਾ ਕਰ ਦਿਆਂਗੇ ਕਿ ਫਿਰ ਪਰ ਤੱਕ ਇਹ ਨਹੀਂ ਹੋਵੇਗਾ ਕਿ ਲੋ ਜਿਹੜਾ ਕੰਮ ਰਹਿ ਗਿਆ ਤੇ ਕੋਈ ਤਿਸ਼ਨਗੀ ਨਹੀਂ ਰਹਿ ਜਾਏਗੀ। ਫਿਰ ਸਾਨੂੰ ਲੋਕਾਂ ਕੋਲ ਨਹੀਂ ਜਾਣਾ ਪਏਗਾ, ਲੋਕ ਸਾਨੂੰ ਆਖਣਗੇ ਕਿ ਨਹੀਂ ਅਸੀਂ ਭੁੱਲੇ ਰਹੇ ਹਾਂ। ਵਾਹ, ਅੱਛਾ ਸਰ, ਇੱਕ ਗੱਲ ਇਹ ਦੱਸੋ ਕਿ ਰਾਣਾ ਸਾਹਿਬ ਏਡੀ ਵੱਡੀ ਮਾਸ਼ਾਅੱਲਾ ਕਲੋਨੀ ਹੈ, ਵੈਲ ਆਫ ਹੈ, ਇੱਥੇ ਕੋਈ ਨਾ ਡਿਸਪੈਂਸਰੀ ਹੈ, ਇੱਕ ਸਾਬਕ ਗਰੁੱਪ ਜਿਹੜਾ ਹੁਣ ਵੀ ਇੰਤਖਾਬਾਤ ਅਜੇ ਸਾਹ ਲੈ ਰਿਹਾ, ਔਰ ਉਹਨਾਂ ਨੇ ਬੜੇ ਦਾਅਵੇ ਕੀਤੇ, ਅਸੀਂ ਵੀ ਉਹਨਾਂ ਦੇ ਜਾ ਕੇ ਸ਼ਾਮਲ ਹੁੰਦੇ ਰਹੇ ਹਾਂ, ਉਹਨਾਂ ਦੇ ਗੈਟ ਟੂਗੈਦਰਸ ਦੇ ਵਿੱਚ। ਉਹਨਾਂ ਕਿਹਾ ਜੀ ਇੱਥੇ ਮੈਡੀਕਲ ਕਾਲਜ ਆ ਜਾਏਗਾ, ਇੱਥੇ ਇਹ ਹੋ ਜਾਏਗਾ। ਉਹ ਇੱਕ ਸਕੂਲ ਜ਼ਰੂਰ ਹੈ, ਮਸਾਜਿਦ ਵੀ ਹੈ ਨੇ, ਲੇਕਿਨ ਨਾ ਤੇ ਇੱਥੇ ਕੋਈ ਅੱਛੀ ਡਿਸਪੈਂਸਰੀ ਹੈ। ਅੱਲਾ ਨਾ ਕਰੇ ਉਹਦੀ ਰਾਤੀ ਕਿਸੇ ਨੂੰ ਕੋਈ ਤਕਲੀਫ ਹੋ ਜਾਵੇ ਤੇ ਕੋਈ ਐਸਾ ਨਿਜ਼ਾਮ ਵੀ ਹੋਣਾ ਚਾਹੀਦਾ ਨਾ। ਲਾਹੌਰ ਮਾਡਲ ਟਾਊਨ ਸੁਸਾਇਟੀ ਦੇ ਵਿੱਚ ਤੁਸੀਂ ਦੇਖੋਗੇ ਐਸਾ ਉਹਨਾਂ ਹਸਪੀਟਲ ਬਣਾਇਆ ਹੈ ਕਿ ਉੱਥੇ ਐਕਸ-ਰੇ ਤੋਂ ਲੈ ਕੇ CT ਸਕੈਨ, ਹਰ ਕਿਸਮ ਦੇ ਉੱਥੇ ਟੈਸਟ ਵਗੈਰਾ ਵੀ ਹੁੰਦੇ ਨੇ, ਲੈਬਸ ਵੀ ਨੇ, ਮੈਡੀਕਲ ਵੀ ਮਿਲਦੀ ਹੈ, ਏਡ ਸ਼ੇਡ ਸਭ ਹਰ ਕਿਸਮ ਦੀ ਮਰੀਜ਼ਾਂ ਨੂੰ। ਇੱਥੇ ਕੋਈ ਐਸਾ ਨਿਜ਼ਾਮ ਨਹੀਂ, ਕੋਈ ਡਿਸਪੈਂਸਰੀ ਵਗੈਰਾ ਨਹੀਂ ਤੁਹਾਡੀ ਪ੍ਰਾਇੋਰਟੀਜ਼ ਦੇ ਵਿੱਚ ਸ਼ਾਮਲ? ਸਾਡੇ ਮਨਸ਼ੂਰ ਵਿੱਚ ਲਿਖਿਆ, ਹਸਪੀਟਲ ਦਾ ਵੀ ਲਿਖਿਆ,
ਔਰ ਕਾਲਜ ਦਾ ਵੀ ਲਿਖਿਆ ਔਰ ਲੜਕੀਆਂ ਵਾਸਤੇ ਅਲੱਗਾ ਕਾਲਜ ਦਾ ਵੀ ਲਿਖਿਆ। ਇਹ ਸਾਰੀਆਂ ਚੀਜ਼ਾਂ ਸਾਡੀ ਨਜ਼ਰ ਵਿੱਚ ਨੇ। ਸਿਹਤ ਤੇ ਤਾਲੀਮ ਨੂੰ ਤਾਂ ਅਸੀਂ ਇਗਨੋਰ ਕਰ ਹੀ ਨਹੀਂ ਸਕਦੇ, ਇਹ ਤਾਂ ਸਾਡੀ ਫਸਟ ਪ੍ਰਾਇੋਰਟੀ ਹੈ। ਲੇਕਿਨ ਜਿਹੜੇ ਲੋਕਾਂ ਨੂੰ ਮਸਾਇਲ ਓਵਰਆਲ ਨੇ, ਮੈਂ ਉਹਨਾਂ ਦਾ ਜ਼ਿਕਰ ਕੀਤਾ। ਇਹ ਤੇ ਕਾਬਲੇ ਜ਼ਿਕਰ ਨੇ ਕਿ ਇਹ ਜਿਹੜਾ ਤਾਲੀਮ ਤੇ ਸਿਹਤ ਹੈ, ਇਹ ਤੇ ਫਸਟ ਪ੍ਰਾਇੋਰਟੀ ਤੇ ਨੇ ਇਨਸ਼ਾਅੱਲਾ। ਔਰ ਜਿਹੜਾ ਤੁਸੀਂ ਡਿਸਪੈਂਸਰੀ ਦਾ ਕਹਿੰਦੇ ਪਏ, ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਕਿ ਸਾਡੇ ਇੱਥੇ ਇੱਕ ਰਿਵਾਜ ਬਣ ਗਿਆ ਕਿ ਮੁੰਤਖਬ ਨੁਮਾਇੰਦੇ ਆਉਂਦੇ ਨੇ ਸੁਸਾਇਟੀ ਦੀ ਵੈਲਫੇਅਰ ਵਾਸਤੇ, ਲੇਕਿਨ ਸਾਬਤ ਇਹ ਹੁੰਦਾ ਕੋਈ ਇੱਕ ਨਹੀਂ ਸਾਬਤ ਕਰ ਸਕਦਾ ਕਿ ਉਹਨੇ ਸੁਸਾਇਟੀ ਦੀ ਵੈਲਫੇਅਰ ਕੀਤੀ, ਉਹਨੇ ਸਿਰਫ ਆਪਣੀ ਜ਼ਾਤ ਦੀ ਵੈਲਫੇਅਰ ਕੀਤੀ। ਆਪ ਉਹ ਸਾਈਕਲ ਤੋਂ ਜਹਾਜ਼ਾਂ ਤੇ ਜਾਣ ਨੂੰ ਫਿਰਦੇ ਨੇ ਤੇ ਸੁਸਾਇਟੀ ਜਹਾਜ਼ ਤੋਂ ਪੈਦਲ ਹੋ ਗਈ ਹੈ। ਇਸ ਵੇਲੇ ਸੁਸਾਇਟੀ ਮਕਰੂਜ਼ ਹੁੰਦੀ ਜਾ ਰਹੀ ਹੈ, ਹਰ ਮਹੀਨਾ ਡੈਫਿਸਿਟ ਜਾਂਦਾ ਹੈ। ਔਰ ਬੇਪਨਾਹ ਭਰਤੀਆਂ ਕੀਤੀਆਂ ਗਈਆਂ ਨੇ ਵੋਟ ਹਾਸਲ ਕਰਨ ਵਾਸਤੇ, ਬੇਪਨਾਹ ਫਾਈਲਾਂ ਅਲਾਟ ਕੀਤੀਆਂ ਗਈਆਂ ਨੇ ਵੋਟ ਹਾਸਲ ਕਰਨ ਵਾਸਤੇ। ਮਕਸਦ ਸੁਸਾਇਟੀ ਦੀ ਬਿਹਤਰੀ ਨਹੀਂ, ਮਕਸਦ ਇਲੈਕਸ਼ਨ ਜਿੱਤ ਕੇ ਫਿਰ ਕਰਪਸ਼ਨ ਕਰਨਾ। ਇਸ ਕਰਕੇ ਅਸੀਂ ਸਾਫ਼ ਸੁਥਰਾ ਪੈਨਲ ਦੇਵਾਂਗੇ ਔਰ ਇਸ ਚੀਜ਼ ਦੀ 100% ਗਰੰਟੀ ਹੋਏਗੀ ਕਿ ਕਰਪਸ਼ਨ ਇੱਕ ਦਿਨ 'ਚ ਇੱਕ ਪੈਸਾ ਵੀ ਹੋਵੇਗੀ ਤੇ ਉਹਦਾ ਵੀ ਅਸੀਂ ਬਿਲਕੁਲ ਹਿਸਾਬ ਵਾਸਤੇ ਹਾਜ਼ਰ ਹੋਵਾਂਗੇ, ਹਰ ਵੋਟਰ ਵਾਸਤੇ, ਹਰ ਰਹਿਸ਼ੀ ਵਾਸਤੇ। ਅੱਛਾ ਰਾਣਾ ਸਾਹਿਬ, ਆਖਰ ਦੇ ਵਿੱਚ ਇਹ ਦੱਸੋ ਕਿ ਰਾਤ ਵਾਲਾ ਫੰਕਸ਼ਨ ਜਿਹੜਾ ਉਹ ਅਸੀਂ ਵੇਖਿਆ ਵੀ, ਅਸੀਂ ਵਿੱਚ ਸ਼ਾਮਲ ਵੀ ਹੋਏ। ਤੁਹਾਡੀ ਜਿਹੜੀ ਇੰਤਖਾਬੀ ਮੁਹਿੰਮ ਹੈ ਮਾਸ਼ਾਅੱਲਾ ਬੜੀ ਸੁਪਰ ਜਾ ਰਹੀ ਹੈ, ਬੜੀ ਅੱਛੀ ਜਾ ਰਹੀ ਹੈ। ਰਾਤੀ ਗੈਦਰਿੰਗ ਵੀ ਬੜੀ ਅੱਛੀ ਸੀ। ਇਹ ਦੱਸੋ ਕਿ ਤੁਹਾਨੂੰ ਰਿਸਪੌਂਸ ਕੀ ਆ ਰਿਹਾ ਹੈ ਇਹ ਸਾਰੀ ਕੰਪੇਨ ਚਲਾ ਕੇ? ਸਾਰੇ ਜਿਹੜੇ ਅਹਾਲੀਆਂ ਨੇ DC ਕਲੋਨੀ ਨੇ, ਉਹਨਾਂ ਵੱਲੋਂ ਉਹਨਾਂ ਦਾ ਕੀ ਰੱਦੇ ਅਮਲ ਹੈ? ਕਿਆ ਉਹ ਮਾਸ਼ਾਅੱਲਾ ਤੁਹਾਡੀ ਇਸ ਸਾਰੀ ਮਨਸ਼ੂਰ ਨੂੰ, ਤੁਹਾਡੀ ਸੋਚ ਨੂੰ, ਤੁਹਾਡੀ ਹੱਕ ਗੋਈ ਨੂੰ, ਇਹਨਾਂ ਚੀਜ਼ਾਂ ਨੂੰ ਉਹ ਪਸੰਦ ਕਰਕੇ ਤੁਹਾਡੇ ਵੱਲ ਆ ਰਹੇ ਨੇ ਕਿ ਜਾਂ ਹਿਚਕਿਚਾਹਟ ਮਹਿਸੂਸ ਕਰ ਰਹੇ ਨੇ? ਕਿਉਂਕਿ ਅੱਜ ਕੱਲ੍ਹ ਐਸਾ ਕੋਈ ਦੌਰ ਆ ਗਿਆ ਕਿ ਜਿਵੇਂ ਤੁਸੀਂ ਗੱਲਾਂ ਕੀਤੀਆਂ ਕਿ ਬਰਾਦਰੀਜ਼ਮ ਕੋਈ ਨਹੀਂ, ਹਰ ਨਾਲ ਦਾ। ਹੁਣ ਮੈਂ ਜਿੱਥੇ ਰਹਿਣਾ ਮੇਰੇ ਨਾਲ ਕੋਈ ਜੱਟ ਰਹਿੰਦਾ ਹੈ, ਕੋਈ ਬੱਟ ਰਹਿੰਦਾ ਹੈ, ਕੋਈ ਰਾਜਪੂਤ ਰਹਿੰਦਾ ਹੈ, ਇਹ ਤੇ ਬਾਅਦ ਦੀ ਗੱਲ ਹੈ। ਸਭ ਤੋਂ ਪਹਿਲੇ ਤੇ ਉਹ ਮੇਰਾ ਹਮਸਾਇਆ ਔਰ ਮੇਰਾ ਭਰਾ ਹੈ। ਔਰ ਹਮਸਾਏ ਦੇ ਤੇ ਇਸ ਕਦਰ ਹਕੂਕ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਦੱਸੇ ਕਿ ਸਹਾਬਾ ਇਕਰਾਮ ਦਾ ਫਰਮਾਨ ਹੈ ਕਿ ਅਸੀਂ ਡਰ ਗਏ ਕਿ ਕਿਧਰੇ ਆਕਾ ਇਹ ਨਾ ਫਰਮਾ ਦੇਣ ਕਿ ਹਮਸਾਏ ਨੂੰ ਆਪਣੀ ਵਿਰਾਸਤੀ ਜਾਇਦਾਦ ਦੇ ਵਿੱਚੋਂ ਹਿੱਸਾ ਵੀ ਦਿਓ। ਲੇਕਿਨ ਸਰ ਅਸੀਂ ਬਰਾਦਰੀਆਂ 'ਚ ਵੰਡੇ ਆ, ਅਸੀਂ ਇੱਕ ਦੂਜੇ ਦਾ ਭਾਰ ਮਹਿਸੂਸ ਕਰਕੇ ਵੋਟ ਦਿੰਦੇ ਆ। ਗੱਲਾਂ ਤੁਸੀਂ ਬਹੁਤ ਅੱਛੀਆਂ ਕੀਤੀਆਂ ਕਿ ਮਾਸ਼ਾਅੱਲਾ ਇਦਰਾਕ ਰੱਖਦੇ ਨੇ DC ਕਲੋਨੀ ਦੇ ਸਾਰੇ ਲੋਕ। ਇਹ ਦੱਸੋ ਆਖਰ ਤੇ ਕਿ ਤੁਹਾਨੂੰ ਪਬਲਿਕਲੀ ਜਿਹੜੇ ਉੱਥੋਂ ਦੇ ਸਾਕਨਾਨ ਨੇ DC ਕਲੋਨੀ ਨੇ, ਉਹਨਾਂ ਵੱਲੋਂ ਰਿਸਪੌਂਸ ਕੀ ਆ ਰਿਹਾ? ਅੱਛਾ ਰਿਸਪੌਂਸ ਹੈ ਡਾਕਟਰ ਸਾਹਿਬ। ਹੁਣ ਤੱਕ ਜਿਹੜੇ ਵੀ ਪੈਨਲਸ ਆਏ ਨੇ ਸਾਹਮਣੇ ਜੀ, ਜਿਹੜੇ ਸਾਬਕਾ 2 ਪੈਨਲ ਨੇ, ਉਹਨਾਂ ਦੇ ਕੋਲ ਵੋਟ ਮੰਗਣ ਦਾ ਜਵਾਜ਼ ਕੋਈ ਨਹੀਂ, ਮਨਾਜ਼ਰਾ ਕਰ ਲੈਣ। ਵਾਹ ਵਾਹ, ਇਹ ਤਾਂ ਗੱਲ ਸਹੀ। ਉਹ ਦੱਸਣ ਕਿਸ ਬੇਸ ਤੇ ਆਉਂਦੇ ਨੇ ਕਿ ਸਾਨੂੰ ਫੇਰ ਮੌਕਾ ਦਿਓ, ਕਿ ਅੱਗੇ ਸਾਨੂੰ ਘੱਟ ਜਾ ਸੀ ਲੁੱਟਣ ਦੀ, ਹੁਣ ਸਾਨੂੰ ਬਹੁਤੀ ਆ ਗਈ ਹੈ। ਇਹ ਕੁਆਲੀਫਿਕੇਸ਼ਨ ਹੈ ਉਹਨਾਂ ਦੀ। ਇੱਕ ਦੂਜੇ ਨੰਬਰ ਤੇ ਵੋਟਰ ਨੂੰ, ਰਿਹਾਇਸ਼ੀ ਨੂੰ ਸਾਨੂੰ ਜਵਾਬ ਦੇਣ ਵਾਸਤੇ ਦਲੀਲ ਵੀ ਕੋਈ ਨਹੀਂ, ਕਿਉਂਕਿ ਉਹ ਵੋਟ ਨਹੀਂ ਦੇਣਾ ਚਾਹੁੰਦਾ। ਲੇਕਿਨ ਮੈਨੂੰ ਅਫਸੋਸ ਇਹ ਹੁੰਦਾ, ਮੈਂ ਬਹੁਤ ਸਾਰੀਆਂ ਸ਼ਖਸੀਅਤ ਐਸੀਆਂ ਨੇ, ਖੁਦਾ ਸ਼ਾਹਦ ਮੈਂ ਸੋਚਦਾ ਸਾਂ ਪਿਆ ਕਿ ਇਹਨਾਂ ਨੂੰ ਵੋਟ ਆਖਣਾ ਨਹੀਂ ਪੈਣਾ, ਇਹਨਾਂ ਨੂੰ ਵੋਟ ਮੰਗਣਾ ਨਹੀਂ ਪੈਣਾ। ਉਹ ਪੰਜਾਬ ਵਿੱਚ ਜਿਹਨੂੰ ਆਉਂਦੇ ਨਾ ਮੁਖਤਲਿਫ ਕਿਸਮ ਦੇ ਢੰਗੇ ਪਾ ਲਏ ਨੇ ਉਹਨਾਂ ਨੇ। ਇਹ ਜੀ ਮੇਰਾ ਮਾਸੀ ਦਾ ਪੁੱਤਰ ਹੈ, ਮੇਰਾ ਮਾਮੇ ਦਾ ਪੁੱਤਰ ਹੈ, ਮੇਰੇ ਚਾਚੇ ਦਾ ਪੁੱਤਰ ਹੈ, ਪਿੱਛੋਂ ਮੇਰੇ ਪਿੰਡ ਦਾ, ਇਹ ਮੇਰੀ ਬਰਾਦਰੀ ਦਾ, ਅਸੀਂ ਫਲਾਂ ਬਰਾਦਰੀ ਦੀਆਂ। ਮੈਂ ਮਜਬੂਰ ਹਾਂ, ਮਜਬੂਰ ਹੋ ਕੇ ਵੋਟ ਦੇ ਕੇ। ਮੈਂ ਨਹੀਂ ਸਮਝਦਾ ਕਿ ਉਹ ਬੰਦਾ ਦਲੀਲ ਨਾ ਮੈਨੂੰ ਕਹਿ ਸਕੇ ਕਿ ਮੈਂ ਆਪਣੀ ਮੁਸਤਕਬਲ, ਮੇਰੀ ਔਲਾਦ ਦੇ ਮੁਸਤਕਬਲ ਦਾ ਸੌਦਾ ਹੋਣ ਡਿਆ ਤੇ ਮੈਂ ਉਹ 'ਚ ਸ਼ਾਮਲ ਹਾਂ। ਯਾਨੀ ਕਿ ਉਹਨਾਂ ਕੋਲ ਦਲੀਲ ਕੋਈ ਨਹੀਂ, ਉਹਨਾਂ ਕੋਲ ਬਹਾਨੇ ਨੇ ਤੇ ਮਜਬੂਰੀਆਂ ਨੇ। ਮੈਨੂੰ ਨਹੀਂ ਲੱਗਦਾ ਕੋਈ ਵੀ ਸ਼ਖਸ ਆ ਜਾਏ ਸਾਹਮਣੇ ਕਿ ਅਸੀਂ ਤੇ ਕਿਸੇ ਨੂੰ ਮਜਬੂਰ ਕਰਦੇ ਹੀ ਨਹੀਂ ਕਿ ਸਾਨੂੰ ਵੋਟ ਲਾਜ਼ਮੀ ਦਿਓ। ਅਸੀਂ ਆਨੇ ਅਗਰ ਸਾਡਾ ਹੱਕ ਬਣਦਾ, ਸਾਡੀ ਕੈਂਡੀਡੇਚਰ ਚੈੱਕ ਕਰੋ, ਬਾਕੀ ਪੈਨਲਸ ਦੀ ਵੀ ਕਰੋ, ਹਰ ਲਿਹਾਜ਼ ਨਾਲ ਚੈੱਕ ਕਰੋ। ਇਹ ਨਹੀਂ ਕਿ ਸਿਰਫ ਇੱਕ ਪੈਮਾਨਾ ਹੋਵੇ, ਹਰ ਲਿਹਾਜ਼ ਨਾਲ ਚੈੱਕ ਕਰੋ। ਅਗਰ ਤੁਸੀਂ ਸਮਝਦੇ ਹੋ ਕਿ ਇਹ ਤੁਹਾਡੀਆਂ ਉਮੀਦਾਂ ਤੇ ਪੂਰਾ ਉਤਰਨਗੇ, ਇਹਨਾਂ ਦੇ ਕੌਲ ਤੇ ਫਿਰ ਤਜ਼ਾਦ ਨਹੀਂ ਆਏਗਾ, ਤੇ ਬਾਕੀ ਦਿਨ ਵੀ ਚੈੱਕ ਕਰੋ ਕਿ ਉਹਨਾਂ ਦੀ ਹਿਸਟਰੀ, ਉਹਨਾਂ ਦੇ ਮਾਜ਼ੀ ਕੀ ਕਹਿੰਦੇ ਨੇ ਪਏ, ਕਿ ਉਹਨਾਂ ਦੇ ਕੌਲ ਤੇ ਫੇਲ 'ਚ ਕਿੰਨਾ ਕੁ ਤਜ਼ਾਦ ਰਿਹਾ, ਕਾਹਦੇ ਵਾਸਤੇ ਆਇਆ ਤੇ ਕੀ ਉਹਨਾਂ ਨੇ ਕੀਤਾ। ਤੇ ਸਾਨੂੰ ਤੇ ਨਹੀਂ ਲੱਗਦਾ ਸਿਰਫ ਸਵਾਏ ਮਜਬੂਰੀਆਂ ਤੋਂ ਕਿ ਕੋਈ ਉਹਨਾਂ ਨੂੰ ਵੋਟ ਦੇਣਾ ਚਾਹੁੰਦਾ। ਹੁਣ ਤੱਕ ਜਿਹਨੂੰ ਵੀ ਪੁੱਛਿਆ ਉਹ ਮਜਬੂਰੀ ਦੱਸਦਾ। ਖੁਦਾ ਸ਼ਾਹਦ ਕਿਸੇ ਨੇ ਆਖਿਆ ਕਿ ਮੈਂ ਖੁਸ਼ ਹੋ ਕੇ ਵੋਟ ਦੇਣਾ ਜਾਂ ਉਹ ਵੋਟ ਦੇ ਹੱਕਦਾਰ ਨੇ। ਈਵਨ ਇਹ ਕਿ ਇਹਨਾਂ ਦੇ ਬੰਦੇ ਜਿਹੜੇ ਪੈਨਲ ਦੇ ਵਿੱਚ ਮੌਜੂਦ ਨੇ ਜੀ, ਮੈਂ ਨਾਂ ਨਹੀਂ ਲਵਾਂਗਾ, ਉਹ ਇੱਕ ਦੂਜੇ ਨੂੰ ਡਿਫੈਂਡ ਨਹੀਂ ਕਰਦੇ,
ਕਰ ਵੀ ਨਹੀਂ ਸਕਦੇ। ਵੋਟ ਮੰਗਣ ਜਦੋਂ ਪੁੱਛੀਦਾ ਕਿ ਤੁਸੀਂ ਡਿਫੈਂਡ ਕਰ ਲਓ, ਕਹਿੰਦੇ ਨਹੀਂ ਅਸੀਂ ਡਿਫੈਂਡ ਨਹੀਂ ਕਰ ਸਕਦੇ। ਤੇ ਇੱਕ ਦੂਜੇ ਦੇ ਖਿਲਾਫ ਹੀ ਡਾਕਟਰ ਸਾਹਿਬ ਇਹ ਪਿਛਲੇ 3 ਸਾਲ 'ਚ ਕਈ ਇਹਨਾਂ ਨੇ ਮੁਕੱਦਮੇ ਦਰਖਾਸਤਾਂ ਰਿਟਾਂ ਕੀਤੀਆਂ ਨੇ, ਕਈ ਮੁਕੱਦਮੇ ਦਰਖਾਸਤਾਂ ਰਿਟਾਂ ਕੀਤੀਆਂ ਨੇ ਜਦੋਂ ਇੱਕ ਰਜੀਮ ਇਕਤਦਾਰ ਹੀ ਸੀ ਤੇ ਦੂਜੇ ਪਿੱਛੇ ਬੈਠੇ ਸਨ। ਅੱਜ ਉਹ ਸਾਰੇ ਸਿਵਾਏ ਸਾਡੇ ਪੈਨਲ ਤੋਂ ਸਾਰੇ ਇੱਕ ਹੋ ਗਏ ਨੇ ਤੇ ਅਸੀਂ ਪੈਨਲ ਬਣਾਉਣ ਲੱਗੇ ਹਾਂ। ਬੁਨਿਆਦੀ ਸ਼ਰਤ ਰੱਖੀ ਸੀ ਕਿ ਕੋਈ ਐਸਾ ਬੰਦਾ ਜਿਹੜਾ ਪਹਿਲੇ ਮੈਂਬਰ ਰਹਿ ਚੁੱਕਿਆ ਜਾਂ ਅਹੁਦੇਦਾਰ ਰਹਿ ਚੁੱਕਿਆ, ਅਗਰ ਉਹ ਕਰਪਟ ਹੈ ਤੇ ਉਹ ਪਾਸਵਾਨ ਗਰੁੱਪ ਦਾ ਹਿੱਸਾ ਨਹੀਂ ਬਣੇਗਾ, ਉਹਨੂੰ ਅਸੀਂ ਟਿਕਟ ਨਹੀਂ ਦੇਵਾਂਗੇ। ਬਹੁਤ ਅੱਛਾ, ਇਹ ਸਾਡਾ ਅਸੂਲ ਹੈ ਔਰ ਰਹੇਗਾ ਇਨਸ਼ਾਅੱਲਾ। ਅਗਰ ਅਸੀਂ ਇਹਨੂੰ ਇਹ ਤੋਂ ਇਨਹਰਾਫ ਕਰਨੇ ਆ ਤੇ ਕੋਈ ਵੀ ਬੰਦਾ ਆ ਕੇ ਨਿਸ਼ਾਨਦੇਹੀ ਕਰੇ ਕਿ ਤੁਸੀਂ ਇਹ ਗਲਤ ਕੀਤਾ ਹੈ ਤੇ ਅਸੀਂ ਉਹ ਬੰਦਾ ਵਾਪਸ ਕਰ ਲਾਂਗੇ, ਉਹਨੂੰ ਇਲੈਕਸ਼ਨ ਨਹੀਂ ਲੜਾਵਾਂਗੇ। ਲੋ ਜੀ ਪਿਆਰਿਓ, ਤੁਸਾਂ ਰਾਣਾ ਨਈਮੁਰ ਰਹਿਮਾਨ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਉਹਨਾਂ ਬੜੀ ਖੂਬ ਪਾਸਬਾਨ ਗਰੁੱਪ ਦੀ, ਜਿਹਦੇ ਕਿ ਉਹ ਕਾਇਦ ਨੇ, ਬੜੀ ਖੂਬ ਤਰਜਮਾਨੀ ਕੀਤੀ। ਉਹਨਾਂ ਬਹੁਤ ਸਾਰੀਆਂ ਨਵੀਆਂ ਗੱਲਾਂ ਦਸੀਆਂ, ਉਹਨਾਂ ਬਹੁਤ ਸਾਰੇ ਐਸੇ ਹਕਾਇਕ ਦੱਸੇ ਜਿਨ੍ਹਾਂ ਨੂੰ ਮੱਦੇ ਨਜ਼ਰ ਰੱਖ ਕੇ ਡੀਸੀ ਕਾਲੋਨੀ ਦੇ ਰਿਹਾਇਸ਼ੀ ਜਿਹੜੇ ਨੇ ਉਹ ਆਪਣੇ ਮੁਸਤਕਬਲ ਦਾ ਇਨਸ਼ਾਅੱਲਾ ਫੈਸਲਾ ਕਰ ਸਕਦੇ ਨੇ ਔਰ ਹੱਕ ਤੇ ਸੱਚ ਦਾ ਸਾਥ ਦੇ ਸਕਦੇ ਨੇ। ਪਿਆਰਿਓ, ਪੰਜਾਬੀ ਚ ਆਖਦੇ ਨੇ ਕਿ ਢਿੱਡ ਨਾਲੋਂ ਕਦੀ ਗੋਡੇ ਅੱਗੇ ਨਹੀਂ ਹੋਏ। ਯਾਨੀ ਤੁਹਾਡੀਆਂ ਮਜਬੂਰੀਆਂ ਬਜਾ, ਰਿਸ਼ਤੇਦਾਰੀਆਂ ਬਜਾ, ਯਾਰੀਆਂ ਦੋਸਤੀਆਂ ਬਜਾ, ਲੇਕਿਨ ਤੁਹਾਡੀਆਂ ਆਪਣੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਤੇ ਤੁਹਾਡੀ ਔਲਾਦ ਜਿਹੜੀ ਹੈ ਉਹਨਾਂ ਦੇ ਮੁਸਤਕਬਲ ਦਾ ਕੀ ਤਕਾਜ਼ਾ ਹੈ, ਉਹ ਕਿਸ ਤਰ੍ਹਾਂ ਮਹਿਫੂਜ਼ ਰਹਿ ਸਕਦੀ ਹੈ। ਇਹਨਾਂ ਗੱਲਾਂ ਦੇ ਉੱਤੇ ਗੌਰ ਕਰਦਿਆਂ ਹੋਇਆਂ ਆਪਣੇ ਨਵੇਂ ਉਮੀਦਵਾਰਾਂ ਜਿਹੜੇ ਨੇ ਉਹਨਾਂ ਨੂੰ ਵੋਟ ਦਿਆ ਜੇ ਤੇ ਆਪਣੇ ਨਵੇਂ ਨੁਮਾਇੰਦਗਾਨ ਨੂੰ ਚੁਣਿਆ ਜੇ। ਆਖਰ ਦੇ ਉੱਤੇ ਤੁਹਾਡੇ ਕੋਲੋਂ ਇਜਾਜ਼ਤ ਲੈਣ ਤੋਂ ਪਹਿਲੇ ਇੱਕ ਸ਼ੇਰ ਤੁਹਾਡੀ ਨਜ਼ਰ ਕਰਾਂਗਾ। ਹੱਕ ਸੱਚ ਲਈ ਦੁੱਖ ਸਹੇੜ ਲਈਏ ਤੇ ਭੁੱਲ ਜਾਈਏ ਸੁੱਖ ਤੇ ਚੈਨ ਯਾਰੋ। ਜਦੋਂ ਵੇਲੇ ਦੀ ਕੁੱਖ ਯਜ਼ੀਦ ਜੰਮੇ, ਖਲ ਜਾਈਏ ਵਾਂਗ ਹੁਸੈਨ ਯਾਰੋ। ਸਾਹਿਬੋ, ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਚੱਲ